ਰਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹੇ। रूप रंग अर रेख, भेख को कह न सकत केहे। अचल मूरत अनभव प्रकाश, अमतोज कहजै। कोट इंद्र इंद्राण, साहे साहाण गणिजै। त्रिभुवन महीप सुर नर असुर, नेत नेत बण तृण कहत। त्वै सर्ब नाम कथै कवन, कर्म नाम वर्णत सुमत। बाणी गुरु गुरु है बाणी, विच बाणी अमृत सारे। गुर बाणी कहै सेवक जन मानै, परतख गुरु निस्तारे। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। होवै सिफत खसामदी, नूर अरसो कुरसो झटियै। तुध डिठे सच्चे पातशाह, मल जन्म जन्म दी कटियै। सज्जन सच्चा पातशाह, सिर साहांदै साहो। जिस पास बैठिया सोहीऐ, सबना दा बेसाहो। सतनाम श्री वाहिगुरु साहिब जी। मारू महला पंजवा। चरण कमल प्रभ राखे चीत, हर गुण गावह नीता नीत। चरण कमल प्रभ राखे चीत, हर गुण गावह नीता नीत। तिस बिन दूजा अबर न कोऊ, आद मद अंत है सोऊ। संतन की ओट आपे आप, रहाउ। जाकै वस है सगल संसार, आपे आप आप निरंकार। नानक गह्यो साचा सोए, सुख पाया फिर दुख न होए। जाकै वस है सगल संसार, आपे आप आप निरंकार। नानक गह्यो साचा सोए, सुख पाया फिर दुख न होए।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਹਾਲਤ ਪਲ ਦੇ ਰੱਖਿਅਕ, ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਦੇਣ ਵਾਲੇ, ਸਰਬ ਸਾਂਝੇ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡੀਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਆਪ ਸੰਗਤਾਂ ਮਾਰੂ ਰਾਗ ਦੇ ਵਿੱਚੋਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਚਰਨ ਕਮਲ ਪ੍ਰਭ ਰਾਖੇ ਚੀਤ, ਹਰ ਗੁਣ ਗਾਵਹਿ ਨੀਤਾ ਨੀਤ। ਮਾਰੂ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 1001 ਅੰਕ 'ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਸਤਿਗੁਰੂ ਜੀ ਉਹਨਾਂ ਗੁਰਮੁਖਾਂ ਦੀ ਗੱਲ ਕਰਦੇ ਨੇ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਜਨ, ਗੁਰਮੁਖ ਜਨ ਨਾਮ ਜਪਦੇ ਨੇ, ਪਰਮਾਤਮਾ ਦੀ ਬੰਦਗੀ ਕਰਦੇ ਹਨ। ਉਹ ਅੱਠੇ ਪਹਿਰ ਪਰਿਪੂਰਨ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਹਨ। ਅੱਠੇ ਪਹਿਰ ਹੀ ਪਰਮਾਤਮਾ ਦੇ ਗੁਣਾਂ ਦਾ ਗੈਣ ਕਰਦੇ ਨੇ ਅਤੇ ਪਰਿਪੂਰਨ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਵੀ ਓਟ ਆਸਰਾ ਨਹੀਂ ਤੱਕਦੇ। ਕਿਉਂਕਿ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਮਨੁੱਖ ਕਿਸੇ ਨਾ ਕਿਸੇ ਦਾ ਆਸਰਾ ਤੱਕਦਾ ਹੈ, ਪਰ ਰੱਬ ਦੇ ਪਿਆਰਿਆਂ ਨੂੰ ਕੇਵਲ ਤੇ ਕੇਵਲ ਉਸ ਮਾਲਕ ਪ੍ਰਭੂ ਦਾ ਆਸਰਾ ਹੁੰਦਾ ਹੈ। ਉਹ ਜਾਣਦੇ ਨੇ ਕਿ ਹਰ ਸਮੇਂ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਆਪ ਹੀ ਹੈ, ਜਿਹਦੇ ਵੱਸ ਦੇ ਵਿੱਚ ਸਾਰਾ ਸੰਸਾਰ ਹੈ, ਬ੍ਰਹਿਮੰਡ ਹੈ। ਉਸ ਮਾਲਕ ਵਾਹਿਗੁਰੂ ਦਾ ਹੀ ਇਹ ਸਾਰਾ ਸੰਸਾਰ ਰਚਿਆ। ਫਿਰ ਉਹ ਜਿਹੜੇ ਉਸ ਮਾਲਕ ਵਾਹਿਗੁਰੂ ਦੇ ਲੜ ਲੱਗਦੇ ਨੇ, ਉਹਨਾਂ ਨੂੰ ਜੀਵਨ ਦੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਰਹਾਉ ਵਾਲੀ ਪੰਗਤੀ 'ਚ
ਗੁਰੂ ਸਾਹਿਬਾਨ ਜੀ ਬਚਨ ਕਰਦੇ ਨੇ ਕਿ ਸੰਤਨ ਕੀ ਓਟ ਆਪੇ ਆਪ। ਇਥੋਂ ਜੋ ਸ਼ਬਦ ਦੀ ਵਿਚਾਰ ਪ੍ਰਾਰੰਭ ਹੋਣੀ ਹੈ, ਇਹ ਸ਼ਬਦ ਦਾ ਧੁਰਾ ਹੈ, ਕੇਂਦਰੀ ਭਾਵ ਹੈ। ਤੇ ਸਤਿਗੁਰੂ ਬਚਨ ਕਰਦੇ ਨੇ ਕਿ ਸੰਤਨ ਕੀ ਓਟ ਆਪੇ ਆਪ। ਜਿਹੜੇ ਰੱਬ ਦੇ ਪਰੇ ਸੰਤ ਜਨ ਨੇ। ਹੁਣ ਸੰਤ ਕੌਣ ਨੇ? ਆਪਣੇ ਨਾਮ ਦੇ ਨਾਲ ਆਪਾਂ ਸੰਤ ਸ਼ਬਦ ਲਵਾ ਲਈ ਕਿ ਸੰਤ ਬਣ ਜਾਵਾਂਗੇ? ਸੰਤ ਜਿੱਥੇ ਬਹੁਤ ਤਾਦਾਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਰ-ਬਾਰ ਸੰਤ ਸ਼ਬਦ ਆਉਂਦਾ ਹੈ, ਉੱਥੇ ਜਿੱਥੇ ਗੁਰੂ ਸਾਹਿਬਾਨ ਲਈ ਵੀ ਸੰਤ ਸ਼ਬਦ ਵਰਤਿਆ ਗਿਆ, ਉੱਥੇ ਸੰਤ ਉਹਨਾਂ ਗੁਰਮੁਖਾਂ ਲਈ ਵਰਤਿਆ ਗਿਆ ਜਿਹੜੇ ਗੁਰਮੁਖ ਜਨ ਸਾਸ ਗਰਾਸ ਦੁਆਰਾ ਪਰਮਾਤਮਾ ਦੇ ਨਾਮ ਜਪਦੇ ਨੇ, ਜਿਨ੍ਹਾਂ ਦੇ ਅੰਦਰ ਸਤ ਹੈ, ਜਿਨ੍ਹਾਂ ਦੇ ਅੰਦਰ ਸੰਤੋਖ ਹੈ, ਸਬਰ ਹੈ, ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਬਿਲਕੁਲ ਮੁੱਕ ਗਈ ਹੈ। ਅਸਲ ਵਿੱਚ ਉਹਨਾਂ ਨੂੰ ਸੰਤ ਆਖਿਆ ਜਾਂਦਾ ਹੈ। ਭਗਤ ਕਬੀਰ ਸਾਹਿਬਾਨ ਜੀ ਨੂੰ ਪੁੱਛੋ, ਕਬੀਰ ਸਾਹਿਬਾਨ ਜੀ ਬਚਨ ਕਰਦੇ ਨੇ ਕਿ ਕਬੀਰ ਸੰਤ ਨ ਛਾਡੈ ਸੰਤਈ, ਜੋ ਕੋਟਕ ਮਿਲਹਿ ਅਸੰਤ, ਮਲਿਆਗਰ ਭਿਅੰਗਮ ਬੇਢਿਓ, ਤਾਂ ਸੀਤਲਤਾ ਨਾ ਤਜੰਤ। ਕਹਿੰਦੇ ਨੇ ਜਿਹੜੇ ਸੰਤ ਜਨ ਨੇ ਉਹ ਆਪਣਾ ਸੰਤ ਪੁਣਾ ਨਹੀਂ ਛੱਡਦੇ, ਭਾਵ ਉਹ ਨਾਮ ਜਪਣਾ, ਬੰਦਗੀ ਕਰਨੀ, ਆਪ ਜਪੈ ਅਵਰਾ ਨਾਮ ਜਪਾਓ, ਇਸ ਅਵਸਥਾ ਦੇ ਧਾਰਨੀ ਹੁੰਦੇ ਨੇ। ਚਾਹੇ ਉਹਨਾਂ ਦੀ ਕੋਈ ਨਿੰਦਿਆ ਕਰੇ, ਚਾਹੇ ਉਹਨਾਂ ਨੂੰ ਕਬੂਲ ਬੋਲੇ, ਚਾਹੇ ਉਹਨਾਂ ਨੂੰ ਜ਼ਿੰਦਗੀ ਦੇ ਸਾਰੇ ਸੁੱਖ ਮਿਲ ਜਾਣ, ਕਹਿੰਦੇ ਕਦੇ ਵੀ ਉਹ ਆਪਣਾ ਸੰਤ ਪੁਣਾ ਇਸ ਸੁਭਾਅ ਨੂੰ ਤਿਆਗਦੇ ਨਹੀਂ ਹਨ। ਉਹਨਾਂ ਦੀ ਅਵਸਥਾ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਬਾਵਨ ਚੰਦਨ ਦੇ ਪੌਦੇ ਨੂੰ ਦਰਖਤਾਂ ਨੇ, ਵਾਹਿਗੁਰੂ ਸੱਪਾਂ ਨੇ ਲਪੇਟੇ ਮਾਰੇ ਹੁੰਦੇ ਨੇ, ਅਤੇ ਚੰਦਨ ਦੀ ਲੱਕੜੀ ਉੱਤੇ ਸੱਪ ਡੰਗ ਮਾਰਦੇ ਨੇ, ਪਰ ਕੀ ਜਿਹੜਾ ਬਾਵਨ ਚੰਦਨ ਦਾ ਦਰਖਤ ਹੈ ਉਹ ਖੁਸ਼ਬੂ ਦੇਣੀ ਛੱਡ ਦਿੰਦਾ ਹੈ? ਜਿੰਨੇ ਮਾਰੀ ਸੱਪ ਡੰਗ ਮਾਰੀ ਜਾਣ, ਪਰ ਉਹ ਖੁਸ਼ਬੂ ਦੇਣੀ ਨਹੀਂ ਛੱਡਦੇ। ਉਹ ਵਾਤਾਵਰਨ ਨੂੰ ਉਸ ਬਣ ਦੇ ਵਿੱਚ ਉਹ ਖੁਸ਼ਬੂ ਬਣਦੇ ਨੇ। ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਗੁਰਮੁਖ ਜਨ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਦੀ ਚਾਹੇ ਕੋਈ ਨਿੰਦਿਆ ਕਰੇ, ਚਾਹੇ ਉਹਨਾਂ ਦੀ ਕੋਈ ਉਸਤਤ ਕਰੇ, ਉਹਨਾਂ ਦੇ ਸੁਭਾਅ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪੈਂਦਾ ਹੈ। ਉਹ ਅੱਠੇ ਪਹਿਰ ਸਾਸ ਗਰਾਸ ਦੁਆਰਾ ਪਰਮਾਤਮਾ ਦਾ ਨਾਮ ਜਪਦੇ ਨੇ, ਕਦੇ ਵੀ ਪਰਮਾਤਮਾ ਦੇ ਨਾਮ ਨੂੰ ਤਿਆਗਦੇ ਨਹੀਂ ਹਨ। ਉਹਨਾਂ ਦਾ ਕੰਮ ਹੈ ਕਿ ਨਾਮ ਜਪਣਾ ਅਤੇ ਜਪਾਣਾ। ਜਿਵੇਂ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਬਚਨ ਪੜ੍ਹਦੇ ਆ ਨਾ, ਬੈਰਾੜੀ ਰਾਗ ਦੇ ਵਿੱਚ ਸਤਿਗੁਰੂ ਫਰਮਾਨ ਕਰਦੇ ਨੇ ਕਿ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰੀ ਦੇ ਜਿਹੜੇ ਜਨ ਪਿਆਰੇ ਨੇ ਨਾ, ਉਹਨਾਂ ਦਾ ਕੰਮ ਕੀ ਹੈ? ਸੰਤ ਜਨਾਂ ਦਾ, ਗੁਰਮੁਖ ਜਨਾਂ ਦਾ, ਕਿ ਰਮੰਤੀ ਰਾਮ ਦੇ ਗੁਣ ਗਾਉਣੇ, ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇਕਰ ਕੋਈ ਸੰਤ ਜਨਾਂ ਦੀ, ਰੱਬ ਦੇ ਪਿਆਰੇ ਹਰੀ ਦੇ ਜਨਾਂ ਦੀ ਨਿੰਦਿਆ ਕਰਨ ਲੱਗ ਪਵੇ, ਕੀ ਪਰ ਹਰੀ ਦੇ ਜਨ ਪਿਆਰੇ ਪਰਮਾਤਮਾ ਦੇ ਗੁਣ ਗਾਉਣੇ ਛੱਡ ਦਿੰਦੇ ਨੇ? ਤੇ ਸਤਿਗੁਰੂ ਕਹਿੰਦੇ ਨਹੀਂ ਭਾਈ, ਆਪਣਾ ਗੁਣ ਨਾ ਗਵਾਵੈ। ਉਹ ਆਪਣੇ ਸੁਭਾਅ ਨੂੰ ਨਹੀਂ ਤਿਆਗਦੇ, ਚਾਹੇ ਉਹਨਾਂ ਨੂੰ ਕੋਈ ਨਿੰਦਣਾ ਕਰੇ, ਚਾਹੇ ਉਹਨਾਂ ਦੀ ਕੋਈ ਉਸਤਤ ਕਰੇ, ਉਹ ਗੁਰਮੁਖ ਜਨ ਗੁਰੂ ਸਵਾਰੇ ਪਰਮਾਤਮਾ ਦਾ ਨਾਮ ਜਪਦੇ ਨੇ। ਕਹਿੰਦੇ ਨੇ ਉਹ ਦੁਨੀਆ ਦੇ ਲੋਕਾਂ ਨੂੰ ਪਤਾ ਕੀ ਆਖਦੇ ਨੇ, ਭਗਤ ਕਬੀਰ ਸਾਹਿਬਾਨ ਜੀ ਵਾਂਗ, ਕਿ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਕਹਿੰਦੇ ਇਹ ਦੁਨੀਆ ਦੇ ਲੋਗੋ ਮੈਂ ਨਿੰਦਣਾ ਕਰੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਇਹ ਨਿੰਦਿਆ ਜਨ ਦੇ ਲਈ ਚੰਗੀ ਹੈ। ਨਿੰਦਿਆ ਸਾਡਾ ਬਾਪ ਹੈ, ਨਿੰਦਿਆ ਸਾਡੀ ਪਿਤਾ ਹੈ। ਇਸ ਕਰਕੇ ਕਿਉਂਕਿ ਨਿੰਦਿਆ ਕਰਨ ਦੇ ਨਾਲ ਸਾਡਾ ਜਿਹੜਾ ਭਾਰ ਹੈ ਨਾ ਉਹ ਲੱਥ ਰਿਹਾ ਹੈ। ਇਸ ਕਰਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਚਾਹੇ ਉਹਨਾਂ ਦੀ ਕੁਨਿੰਦਿਆ ਕਰੀ ਜਾਵੇ, ਚਾਹੇ ਉਹਨਾਂ ਦੀ ਉਸਤਤ ਕਰੇ, ਇੱਕ ਸਾਮ ਬਿਰਤੀ ਹੁੰਦੀ ਉਹਨਾਂ ਦੀ।
ਉਹਨਾਂ ਦਾ ਹਿਰਦਾ ਬਿਲਕੁਲ ਸ਼ਾਂਤ। ਇਸੇ ਕਰਕੇ ਗੁਰੂ ਸਾਹਿਬਾਨ ਜੀ ਨੇ ਬਾਰ-ਬਾਰ ਸਾਨੂੰ ਸਮਝਾਇਆ ਹੈ। ਸਤਿਗੁਰੂ ਕਹਿੰਦੇ ਨੇ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੂਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਕਹਿੰਦੇ ਨਾਮ ਦੇ ਵਿੱਚ ਹੀ ਸਾਰੇ ਸੁੱਖ ਨੇ, ਨਾਮ ਦੇ ਵਿੱਚ ਹੀ ਵਡਿਆਈ ਹੈ। ਜੇ ਰੱਬ ਦੇ ਪਿਆਰੇ ਸੰਤ ਜਨਾਂ ਦੇ ਨਾਲ ਰਲ ਕੇ ਗੁਰੂ ਸਾਹਿਬ ਨਾਮ ਜਪਾਂਗੇ ਨਾ, ਫਿਰ ਸਾਨੂੰ ਸੁੱਖ ਮਿਲਣਗੇ, ਸਾਨੂੰ ਮਾਣ ਸਨਮਾਨ ਪ੍ਰਾਪਤ ਹੋਵੇਗਾ। ਇਸੇ ਕਰਕੇ ਹੀ ਕਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਰੱਬ ਦੇ ਪਿਆਰੇ ਸੰਤ ਜਨਾਂ ਨੂੰ ਦੇਣਾ ਕੀਤਾ। ਦੇਖੋ ਆਪਾਂ ਪੜ੍ਹਦੇ ਹਾਂ ਸਤਿਗੁਰ ਦੇ ਬਚਨ ਕਿ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ, ਸੰਤਨ ਸਿਉ ਮੇਰਾ ਲੇਵਾ ਦੇਵੀ, ਸੰਤਨ ਸਿਉ ਬਿਵਹਾਰਾ, ਸੰਤਨ ਸਿਉ ਹਮ ਲਾਹ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ, ਮਹਾ ਆਨੰਦ ਪਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ, ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਕਿੰਨਾ ਮਾਣ, ਕਿੰਨੀ ਵਡਿਆਈ ਸਤਿਗੁਰੂ ਜੀ ਨੇ ਦੇਣਾ ਕੀਤੀ ਹੈ। ਹੁਣ ਗੱਲ ਚੱਲ ਰਹੀ ਸੀ ਕਿ ਸੰਤ ਹੈ ਤੇ ਸੰਤ ਕਹਾਉਣਾ ਗੁਰੂ ਸਵਾਰੇ ਸੌਖਾ ਹੈ। ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਭਾਈ ਜਦੋਂ ਵੀ ਗੁਰਮੁਖ ਜਨਾਂ ਦੀ ਸੰਗਤ ਕਰਨੀ ਹੈ, ਰੱਬ ਦੇ ਪਿਆਰੇ ਸੰਤ ਮਹਾਂਪੁਰਖਾਂ ਉਦੋਂ ਦੇਖਣਾ, ਇਸ ਗੱਲ ਦੀ ਵਿਚਾਰ ਕਰਨੀ ਹੈ ਕਿ ਜਿਸ ਮਹਾਂਪੁਰਖ ਦੇ ਦਰ ਡੇਰੇ 'ਤੇ ਆਪਾਂ ਜਾ ਰਹੇ ਹਾਂ, ਦਰ 'ਤੇ ਅਸਥਾਨ 'ਤੇ ਜਾ ਰਹੇ ਹਾਂ, ਉਹ ਮਹਾਂਪੁਰਖ ਆਪਣੇ ਨਾਲ ਜੋੜ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਦਾ ਹੈ। ਜੇਕਰ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਚਾਰ ਕਰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟਿਕਾਉਂਦਾ, ਆਪਣੇ ਆਪ ਨੂੰ ਮੱਥਾ ਨਹੀਂ ਟਿਕਾਉਂਦਾ, ਗੁਰੂ ਦੀ ਗੱਲ ਕਰਦਾ, ਫਿਰ ਉਹਨਾਂ ਦੀ ਸੰਗਤ ਕਰਨੀ ਚੰਗੀ ਹੈ। ਪਰ ਜੇਕਰ ਗੁਰੂ ਸਵਾਰਿਓ ਸੰਗਤ ਆਸਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲਿਆ ਹੋਵੇ ਤੇ ਪੂਜਾ ਆਪਣੀ ਕਰਾਉਂਦਾ ਹੋਵੇ, ਮੱਥਾ ਆਪਣੇ ਆਪ ਨੂੰ ਟਿਕਾਉਂਦਾ ਹੋਵੇ, ਫਿਰ ਇਹੋ ਜਿਹੇ ਸੰਤ ਜਨਾਂ ਤੋਂ ਸਾਵਧਾਨ ਰਹੋ, ਇਹਨਾਂ ਦੀ ਸੰਗਤ ਨਹੀਂ ਕਰਨੀ ਹੈ। ਕਬੀਰ ਸਾਹਿਬਾਨ ਦਾ ਇੱਥੇ ਤਾਂ ਕਹਿੰਦੇ ਨੇ, ਕਬੀਰ ਸਾਹਿਬਾਨ ਜੀ ਨੂੰ ਪੁੱਛੋ, ਕਬੀਰ ਜੀ ਕਹਿੰਦੇ ਨੇ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਜਿਹੜਾ ਰਮੰਤੀ ਰਾਮ ਵਾਹਿਗੁਰੂ, ਉਹ ਮੁਕਤੀ ਦਾ ਦਾਤਾ ਹੈ। ਰੱਬ ਦੇ ਪਿਆਰੇ ਸੰਤ ਜਨ ਉਹ ਨਾਮ ਜਪਦੇ ਨੇ, ਲੁਕਾਈ ਪਾਸੋਂ ਨਾਮ ਜਪਾਉਂਦੇ ਨੇ। ਇਹੋ ਜਿਹੀ ਦੀ ਸੰਗਤ ਕਰੋ, ਗੁਰਮੁਖਾਂ ਦੀ ਸੰਗਤ ਕਰੋ। ਗੁਰਮੁਖਾਂ ਦੀ ਸੰਗਤ ਕਰਕੇ, ਉਹਨਾਂ ਦੀ ਸੰਗਤ ਵਿੱਚ ਬੈਠ ਕੇ, ਜਿਨ੍ਹਾਂ ਨੂੰ ਮਿਲ ਕੇ ਸਾਨੂੰ ਨਾਮ ਚੇਤੇ ਆਵੇ। ਆਪਾਂ ਰੋਜ਼ਾਨਾ ਅਰਦਾਸ ਵਿੱਚ ਕਹਿੰਦੇ ਆ ਨਾ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿੱਥੇ ਬੈਠ ਕੇ ਸਾਨੂੰ ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਰਕੇ ਸਾਨੂੰ ਰੱਬ ਚੇਤੇ ਆਵੇ, ਗੁਰੂ ਚੇਤੇ ਆਵੇ, ਉਹਨਾਂ ਗੁਰਮੁਖਾਂ ਦੀ ਸੰਗਤ ਨਿਤਾਪਤੀ ਕਰੋ। ਪਰ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਸਾਨੂੰ ਗੁਰੂ ਭੁੱਲੇ, ਸਾਨੂੰ ਸਤਿਗੁਰ ਦੀ ਬਾਣੀ ਵਿਸਰ ਜਾਵੇ, ਸਾਨੂੰ ਸਤ ਸੰਗਤ ਚੰਗੀ ਨਾ ਲੱਗੇ, ਸਾਨੂੰ ਸੇਵਾ ਕਰਨ ਨੂੰ ਸਾਡਾ ਮਨ ਨਾ ਕਰੇ, ਉਹਨਾਂ ਦੀ ਸੰਗਤ ਤਿਆਗ ਦਿਓ।
ਪ੍ਰਣ ਕਰ ਲਓ ਕਿ ਨਹੀਂ, ਇਹਨਾਂ ਦੀ ਸੰਗਤ ਆਪਾਂ ਨਹੀਂ ਕਰਨੀ, ਇਹਨਾਂ ਦੀ ਸੰਗਤ ਵਿੱਚ ਆਪਾਂ ਨਹੀਂ ਜਾਣਾ। ਇੱਥੇ ਜਾ ਕੇ ਸਾਨੂੰ ਸਾਡਾ ਗੁਰੂ ਭੁੱਲਦਾ ਹੈ। ਗੁਰੂ ਨੂੰ ਤਾਂ ਆਪਾਂ ਚੇਤੇ ਰੱਖਣਾ ਹੈ। ਅਤੇ ਇਹ ਗੁਰੂ ਸਾਹਿਬ ਸੰਤ ਜਨਾਂ ਦੇ ਲੱਛਣ ਗੁਰੂ ਸਾਹਿਬਾਨ ਨੇ ਬਿਆਨ ਕੀਤੇ ਨੇ। ਅਤੇ ਇੱਥੋਂ ਤੱਕ ਕਬੀਰ ਸਾਹਿਬਾਨ ਜੀ ਕੋਈ ਸ਼ਬਦ ਆਉਂਦਾ ਹੈ। ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਸੰਤਾਂ ਮਾਨੋ ਦੂਤਾ ਡਾਨੋ, ਇਹ ਕੁੱਟ ਬਾਰੀ ਮੇਰੀ, ਦਿਵਸ ਰੈਨ ਤੇਰੇ ਪਾਓ ਪਲੋਸੋ, ਕੇਸ ਚਬਰ ਕਰ ਫੇਰੀ, ਹਮ ਕੂਕਰ ਤੇਰੇ ਦਰਬਾਰ, ਭੋਗ ਹੈ ਆਗੈ ਬਦਨ ਪਸਾਰ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਓ ਨ ਜਾਈ, ਤੇਰੇ ਦੁਆਰੈ ਧੁਨ ਸਹਿਜ ਕੀ, ਮਾਥੈ ਮੇਰੇ ਦਗਾਈ। ਕਬੀਰ ਸਾਹਿਬਾਨ ਜੀ ਇੱਥੇ ਕਹਿ ਰਹੇ ਨੇ ਕਿ ਸੰਤਾਂ ਮਾਨੋ ਦੂਤਾ ਡਾਨੋ, ਕਿ ਸੰਤ ਜਨਾਂ ਨੂੰ ਮੰਨਣਾ ਕਿ ਦੂਤਾ ਡਾਨੋ। ਹੁਣ ਸੰਤ ਦਾ ਭਾਵ ਕੀ ਹੈ? ਸਾਡੇ ਅੰਦਰ ਗੁਰੂ ਸਵਾਰਿਓ ਗੁਣ ਅਵਗਣ ਨੇ। ਔਗਣ ਆਖਿਆ ਜਾਂਦਾ ਹੈ ਜਿਹੜੇ ਪੰਜ ਦੂਤ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਗੁਰਬਾਣੀ ਵਿੱਚ ਵਾਰ-ਵਾਰ ਨਾਮ ਆਇਆ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜਿਨ੍ਹਾਂ ਨੂੰ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਗਿਣਤੀ ਆਉਂਦੀ ਹੈ। ਇਹ ਹੋ ਗਏ ਨੇ ਦੂਤ, ਜਿਹੜੇ ਨਾਮ ਰੂਪੀ ਅੰਮ੍ਰਿਤ ਨੂੰ ਅੰਦਰ ਲੁੱਟ ਰਹੇ ਨੇ। ਅਤੇ ਸਤਿਗੁਰੂ ਕਹਿੰਦੇ ਇਹਨਾਂ ਦਾ ਤਿਆਗ ਕਰ ਦਿਓ। ਅਤੇ ਸੰਤਾਂ ਮਨ, ਜਿਹੜੇ ਸੰਤ ਕੌਣ ਨੇ? ਜਿਹਦੇ ਅੰਦਰ ਗੁਰੂ ਸਵਰੇ ਇਹ ਗੁਣ ਪੈਦਾ ਹੋ ਗਏ ਵੀ ਪੰਜੀ ਗਿਣਤੀ ਪੰਜ ਹੈ, ਸਤ, ਸੰਤੋਖ, ਦਇਆ, ਧਰਮ, ਵਿਚਾਰ ਇਤਿਆਦਿ। ਜਦੋਂ ਇਹ ਸ਼ੁਭ ਗੁਣ ਅੰਦਰ ਪੈਦਾ ਹੋ ਗਏ ਜਿਸ ਮਨੁੱਖ ਦੇ, ਅਸਲ ਵਿੱਚ ਫਿਰ ਗੁਰੂ ਸਰੇ ਉਹ ਮਨੁੱਖ ਸੰਤ ਬਣ ਗਿਆ, ਉਹ ਮਨੁੱਖ ਹਰੀ ਦਾ ਜਨ ਬਣ ਗਿਆ, ਉਹ ਮਨੁੱਖ ਹਰੀ ਦਾ ਭਗਤ ਬਣ ਗਿਆ। ਫਿਰ ਉਹ ਹਰੀ ਦੇ ਭਗਤ ਬਣ ਕੇ, ਹਰੀ ਦਾ ਜਨ ਬਣ ਕੇ ਅੱਠੇ ਪਹਿਰ ਹਰੀ ਦੇ ਗੁਣ ਗਾਉਂਦਾ ਹੈ। ਜਿਨ੍ਹਾਂ ਦੇ ਅੰਦਰ ਇਹ ਸਬਰ, ਸੰਤੋਖ ਪੈਦਾ ਹੋ ਜਾਂਦਾ, ਅਤੇ ਅਸਲ ਵਿੱਚ ਉਹਨਾਂ ਨੂੰ ਫਿਰ ਕਦੇ ਗੁਰੂ ਨਹੀਂ ਭੁੱਲਦਾ, ਉਹਨਾਂ ਨੂੰ ਪਰਮੇਸ਼ਰ ਨਹੀਂ ਭੁੱਲਦਾ। ਉਹ ਸਾਸ ਗਰਾਸ ਦੁਆਰਾ ਮਾਲਕ ਦਾ ਨਾਮ ਜਪਦੇ ਨੇ। ਇਹੋ ਜਿਹੇ ਗੁਰਮੁਖਾਂ ਦੀ ਸੰਗਤ ਕਰਨੀ ਅਤੀ ਜ਼ਰੂਰੀ ਹੈ। ਇਸ ਕਰਕੇ ਇੱਥੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਸੰਤਨ ਕੀ ਓਟ ਆਪੇ ਆਪ। ਹੇ ਵਾਹਿਗੁਰੂ, ਜਿਹੜੇ ਤੇਰੇ ਸੰਤ ਜਨ ਨੇ ਨਾ, ਸੰਤ ਜਨਾਂ ਦੀ ਤੂੰ ਓਟ ਆਪੇ ਆਪ ਹੀ ਤੂੰ ਉਹਨਾਂ ਦਾ ਸਹਾਰਾ ਹੈ। ਤੇਰੇ ਸੰਤ ਜਨ ਤੇਰਾ ਹੀ ਸਹਾਰਾ ਤੱਕਦੇ ਨੇ। ਉਹ ਹੋਰ ਕਿਸੇ ਦੇ ਅੱਗੇ ਆਪਣਾ ਮਿੰਨਤਾਂ ਤਰਲੇ ਨਹੀਂ ਕਰਦੇ, ਉਹ ਇੱਕ ਪਰਮਾਤਮਾ 'ਤੇ ਭਰੋਸਾ ਰੱਖਦੇ ਨੇ। ਅਤੇ ਸਤਿਗੁਰੂ ਜੀ ਆਰੰਭਤਾ ਵਿੱਚ ਬਚਨ ਕਰਦੇ ਨੇ ਕਿ ਚਰਨ ਕਮਲ ਪ੍ਰਭ ਰਾਖੇ ਚੀਤ, ਹਰ ਗੁਣ ਗਾਵਹਿ ਨੀਤਾ ਨਿਤ। ਸੰਤ ਜਨਾਂ ਦਾ ਕੰਮ ਕੀ ਹੈ? ਸਵਾਲ ਕੀਤਾ ਗੁਰੂ ਸਾਹਿਬਾਨ ਨੂੰ ਪੰਜਵੇਂ ਗੁਰ ਦੇ ਮਰਨ ਜਗਿਆਸੂ ਸਿੱਖਾਂ ਨੇ ਕਿ ਪਾਤਸ਼ਾਹ ਸੰਤ ਜਨਾਂ ਦਾ ਕੰਮ ਕੀ ਹੈ? ਕਹਿੰਦੇ ਸੰਤ ਜਨ ਕਰਦੇ ਕੀ ਨੇ? ਅਤੇ ਪਾਤਸ਼ਾਹ ਕਹਿੰਦੇ ਚਰਨ ਕਮਲ ਪ੍ਰਭ ਰਾਖੇ ਚੀਤ। ਪਹਿਲਾ ਕੰਮ ਹੈ ਸੰਤ ਜਨਾਂ ਦਾ। ਜਿਹੜੇ ਸੁੰਦਰ ਪ੍ਰਭੂ ਦੇ ਕਮਲਾਂ ਵਰਗੇ ਚਰਨ ਨੇ ਨਾ, ਉਹਨਾਂ ਕਮਲਾਂ ਵਰਗੇ ਚਰਨਾਂ ਨੂੰ ਆਪਣੇ ਚਿੱਤ ਵਿੱਚ ਰੱਖਦੇ ਨੇ, ਆਪਣੇ ਚਿੱਤ ਵਿੱਚ ਵਸਾ ਕੇ ਰੱਖਦੇ ਨੇ। ਫਿਰ ਹੋਰ ਕੀ ਕਰਦੇ ਨੇ? ਹਰ ਗੁਣ ਗਾਵੈ, ਹਰੀ ਪਰਮਾਤਮਾ ਦੇ ਉਹ ਗੁਣ ਗਾਉਂਦੇ ਨੇ। ਕਿਹੜਾ ਸਮਾਂ ਗਾਉਂਦੇ ਨੇ ਪਾਤਸ਼ਾਹ ਜੀ? ਜਿਵੇਂ ਆਮ ਤੌਰ 'ਤੇ ਸਾਨੂੰ ਸਤਿਗੁਰ ਦਾ ਹੁਕਮ ਹੈ ਕਿ ਸੁਬਾਹ ਅਤੇ ਸ਼ਾਮ ਸਿੱਖਾ ਜਪਣਾ ਜ਼ਰੂਰੀ ਹੈ। ਦਿਨ ਵੇਲੇ ਤੂੰ ਚੇਤੇ ਰੱਖ, ਜੇ ਸੁਬਾਹ ਸ਼ਾਮ ਜਪੇਗਾ ਤੈਨੂੰ ਦਿਨ ਵੇਲੇ ਪ੍ਰਮਾਤਮਾ ਯਾਦ ਰਹੇਗਾ। ਜੇ ਆਪਾਂ ਜਪਾਂਗੇ ਨਹੀਂ ਫਿਰ ਕਿੱਥੋਂ ਯਾਦ ਰਹੇਗਾ? ਅਤੇ ਸਤਿਗੁਰੂ ਜੀ ਸੰਤ ਜਨ ਕੀ ਕਰਦੇ ਨੇ? ਅਤੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਸਮਾਂ ਹੋਵੇਗਾ ਗੁਣ ਗਾਇਨ ਕਰਨ ਦਾ, ਸਿਫਤ ਸਲਾਹ ਕਰਨ ਦਾ। ਅਤੇ ਪਾਤਸ਼ਾਹ ਕਹਿੰਦੇ ਨੀਤਾ ਨੀਤ, ਨਿਤਾ ਪ੍ਰਤੀ ਹਰ ਸਮੇਂ ਸਾਸ ਗਰਾਸ ਦੁਆਰਾ ਉਹ ਸੰਤ ਜਨ ਪ੍ਰਮਾਤਮਾ ਦਾ ਨਾਮ ਜਪਦੇ ਨੇ।
ਜਿਵੇਂ ਸਤਿਗੁਰੂ ਜੀ ਦਾ ਬਚਨ ਪੜ੍ਹਦੇ ਨਾ, ਚਰਨਾਂ ਕਮਲਾਂ ਦੀ ਗੱਲ ਚੱਲੀ ਹੈ, ਤੇ ਸਤਿਗੁਰੂ ਕਹਿੰਦੇ ਨੇ ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਬਾਬੁਲ ਮੇਰਾ ਬਡ ਸਮਰੱਥਾ, ਕਰਨ ਕਾਰਨ ਪ੍ਰਭ ਹਾਰਾ। ਜਿਸ ਸਿਮਰਤ ਦੁਖ ਕੋਈ ਨ ਲਾਗੈ, ਭਉਜਲ ਪਾਰ ਉਤਾਰਾ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ। ਨਾਨਕ ਨਾਮ ਮਹਾਰਸ ਮੀਠਾ, ਅਨ ਦਿਨ ਮਨ ਤਨ ਪੀਵਾ। ਰੱਬ ਦੇ ਪਿਆਰੇ ਸੰਤ ਜਨ ਤਾਂ ਇੰਜ ਪਰਮਾਤਮਾ ਦੇ ਸੁੰਦਰ ਕਮਲਾਂ ਵਰਗੇ ਚਰਨਾਂ ਦੀ ਟੇਕ ਆਸਰਾ ਲੈਂਦੇ ਨੇ, ਓਟ ਲੈਂਦੇ ਨੇ। ਇਹ ਮਿਲਦੀ ਕਿੱਥੋਂ ਹੈ ਓਟ ਆਸਰਾ? ਕਹਿੰਦੇ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀ। ਜੋ ਸਤਿਗੁਰੂ ਤਰੁੱਠ ਜਾਂਦੇ ਨੇ, ਸਤਿਗੁਰੂ ਮਿਹਰ ਦੇ ਘਰ ਵਿੱਚ ਆਉਂਦੇ ਨੇ, ਫਿਰ ਕਹਿੰਦੇ ਇਹ ਚਰਨਾਂ ਕਮਲਾਂ ਦੀ ਓਟ ਆਸਰਾ ਜੀਵ ਨੂੰ ਪ੍ਰਾਪਤ ਹੁੰਦਾ ਹੈ। ਤੇ ਉਹ ਪੁੱਛਦੇ ਨੇ ਕਿ ਪਰਮਾਤਮਾ ਕਿੱਡਾ ਕੁ ਵੱਡਾ ਹੈ? ਕਹਿੰਦੇ ਬਾਬੁਲ ਮੇਰਾ ਬੜ ਸਮਰੱਥਾ, ਸਰਵ ਸ਼ਕਤੀਮਾਨ ਹੈ ਮੇਰਾ ਮਾਲਕ। ਬਾਬੁਲ ਪਿਤਾ ਲਈ ਸ਼ਬਦ ਵਰਤ ਜਾਂਦੇ। ਜਿਵੇਂ ਆਮ ਤੌਰ 'ਤੇ ਘਰ ਵਿੱਚ ਪੁਰਾਣੇ ਸਮਿਆਂ ਵਿੱਚ ਬੱਚੇ ਆਪਣੇ ਪਿਤਾ ਨੂੰ ਬੇਟੀਆਂ ਬਾਬੁਲ ਆਖਦੀਆਂ ਹੁੰਦੀਆਂ ਸਨ। ਹੌਲੀ ਹੌਲੀ ਸਮਾਂ ਬਦਲਿਆ ਗੁਰੂ ਸਵਾਰਿਓ, ਫਿਰ ਪਾਪਾ ਕਹਿਣ ਲੱਗ ਪਏ, ਫਿਰ ਡੈਡੀ ਤੋਂ ਆ ਗਿਆ, ਅੱਜ ਸਮਾਂ ਇਹ ਆ ਗਿਆ ਏ ਕਿ ਮੋਮ ਡੈਡ ਦਾ ਕਿੱਥੇ ਤੱਕ ਸੀਮਤ ਹੋ ਗਏ। ਆਪਾਂ ਛੋਟ ਵਿੱਚ ਨਾਮ ਲੈਂਦੇ ਆ। ਅਤੇ ਇਹ ਸਮੇਂ ਪਿਆਰ ਦੇ ਨਾਲ ਆਪਣੇ ਬਜ਼ੁਰਗਾਂ ਨੂੰ, ਆਪਣੇ ਮਾਤਾ ਪਿਤਾ ਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਆਪਾਂ ਯਾਦ ਕਰਦੇ ਹਾਂ। ਜਿਵੇਂ ਆਪਾਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਆਪਣੇ ਮਾਂ ਬਾਪ ਨੂੰ ਯਾਦ ਕਰਦੇ ਨੇ ਨਾ, ਇੰਝ ਹੀ ਰੱਬ ਦੇ ਪਿਆਰੇ ਪਰਮਾਤਮਾ ਨੂੰ ਹੀ ਸਭ ਕੁਝ ਮੰਨਦੇ ਨੇ। ਅਤੇ ਸਤਿਗੁਰੂ ਨੇ ਕਹਿ ਦਿੱਤਾ ਕਿ ਬਾਬੁਲ ਮੇਰਾ ਬਡ ਸਮਰੱਥਾ। ਬਾਬੁਲ ਮੇਰਾ ਪਿਤਾ, ਜਿਹੜਾ ਮੇਰਾ ਪਿਤਾ ਨਾ, ਉਹ ਵੱਡਾ ਸਮਰੱਥ ਹੈ, ਸਰਬ ਸ਼ਕਤੀਮਾਨ ਹੈ। ਉਹ ਕੰਮ ਕੀ ਕਰਦਾ? ਕਹਿੰਦੇ ਕਰਨ ਕਾਰਨ ਪ੍ਰਭਹਾਰਾ। ਉਹ ਕਰਨ ਕਾਰਨ ਨੂੰ ਸਮਰੱਥ ਹੈ। ਆਪ ਜੀਵਾਂ ਪਾਸੋਂ ਉਹ ਕਾਰਜ ਸਾਰੇ ਕਰਵਾ ਰਿਹਾ, ਕਰ ਰਿਹਾ, ਉਹ ਕਰਾ ਰਿਹਾ ਜੀਵਾਂ ਪਾਸੋਂ। ਅਤੇ ਜਿਹਦਾ ਸਿਮਰਨ ਕਰਨ ਦੇ ਨਾਲ ਜਿਸ ਜੀਵ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਪਹੁੰਚਦਾ, ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਅਤੇ ਹੱਠੇ ਪੈਰ ਉਹਦੇ ਗੁਰਮੁਖ ਜਨ ਜਿਹੜੇ ਉਹਦੇ ਪਿਆਰੇ ਨੇ ਉਹਨੂੰ ਚੇਤੇ ਕਰਦੇ ਨੇ। ਅਤੇ ਗੁਰੂ ਸਵਾਰੇ ਇਸ ਪ੍ਰਕਾਰ ਸਤਿਗੁਰੂ ਜੀ ਇੱਥੇ ਬਚਨ ਕਰਦੇ ਨੇ, ਕਹਿੰਦੇ ਇਸ ਤਰ੍ਹਾਂ ਪ੍ਰਭੂ ਦੇ ਪਿਆਰੇ ਸੰਤ ਜਨ, ਕਹਿੰਦੇ ਪ੍ਰਭੂ ਦੇ ਸੁੰਦਰ ਕਮਲਾਂ ਵਰਗੇ ਚਰਨਾਂ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖਦੇ ਨੇ। ਹਰ ਗੁਣ ਗਾਵਹਿ ਨੀਤਾ ਨੀਤ, ਅਤੇ ਅੱਠੇ ਪਹਿਰ ਹਰੀ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਨਿਤਾ ਪ੍ਰਤੀ ਉਹ ਗਾਉਂਦੇ ਨੇ। ਕਦੇ ਪਰਮਾਤਮਾ ਦੇ ਨਾਮ ਨੂੰ ਵਿਸਾਰਦੇ ਨਹੀਂ ਹਨ। ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਨਾ, ਅਨੇਕਾਂ ਐਸੇ ਗੁਰਮੁਖ ਪਿਆਰੇ ਗੁਰਸਿੱਖ ਹੋਏ ਨੇ, ਅਨੇਕਾਂ ਰੱਬ ਦੇ ਪਿਆਰੇ ਭਗਤ ਜਨ ਹੋਏ ਨੇ, ਜਿਨ੍ਹਾਂ ਨੇ ਗੁਰੂ ਸਰ ਸਾਸ ਗਰਾਸ ਦੁਆਰਾ ਪਰਮਾਤਮਾ ਦਾ ਨਾਮ ਜਪਣਾ ਕੀਤਾ, ਕਦੇ ਮਾਲਕ ਨੂੰ ਵਿਸਾਰਿਆ ਨਹੀਂ। ਉਬਲਦੇ ਦੇਗੇ ਵਿੱਚ ਬੈਠੇ ਨੇ ਭਾਈ ਦਿਆਲਾ ਜੀ। ਜਦੋਂ ਪੁੱਛ ਰਹੇ ਨੇ ਦਿੱਲੀ ਚਾਂਦਨੀ ਚੌਂਕ ਵਿਖੇ ਕਿ ਦੱਸੋ ਭਾਈ ਤੁਹਾਡੀ ਅੰਤਮ ਇੱਛਾ ਕੀ ਹੈ? ਭਾਈ ਦਿਆਲਾ ਜੀ ਕਹਿਣ ਲੱਗੇ ਮੇਰਾ ਮੁੱਖ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਕਰੋ, ਲੋ ਪਿੰਜਰ ਵੱਲ। ਕਹਿਣ ਲੱਗੇ ਕਿਉਂ ਕਰੀਏ? ਤੁਸੀਂ ਆਪਣੀ ਮੌਤ ਦੀ ਭੀਖ ਮੰਗ ਸਕਦੇ ਕਿ ਮੈਨੂੰ ਬਖਸ਼ ਦਿਓ? ਕਹਿਣ ਲੱਗੇ ਨਹੀਂ, ਮੌਤ ਦੀ ਭੀਖ ਨਹੀਂ ਮੰਗਣੀ, ਮੌਤ ਤਾਂ ਅੱਜ ਨਹੀਂ ਤਾਂ ਕੱਲ੍ਹ ਆਉਣੀ ਹੈ। ਅਤੇ ਮੈਨੂੰ ਮੇਰੇ ਮਨ ਦੀ ਇੱਛਾ ਇਹ ਹੈ ਕਿ ਜਦੋਂ ਮੇਰਾ ਅੰਤਮ ਸਮਾਂ ਮੇਰਾ ਨੇੜੇ ਹੈ, ਮੈਂ ਉਬਲਦੇ ਦੇਗੇ ਵੇਖਦੇ ਨੇ ਕਿ ਜਦੋਂ ਭਾਈ ਦਿਆਲਾ ਜੀ ਉਬਲਦੇ ਦੇਗੇ ਵਿੱਚ ਬੈਠਣ ਲੱਗੇ ਨਾ, ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਜੀ, ਪੰਜਵੇਂ ਜਾਮੇ ਦੇ ਵਿੱਚ
ਆਪ ਜੀ ਉਬਲਦੇ ਦੇਗੇ ਵਿੱਚ ਬੈਠੇ ਸੀ। ਉਦੋਂ ਆਪ ਜੀ ਨੇ ਆਪਣੇ ਉਸ ਸਮੇਂ ਚੰਦੂ ਜੈਸੇ ਪਾਪੀਆਂ ਨੂੰ ਆਖਿਆ ਸੀ ਕਿ ਸਮਾਂ ਆਵੇਗਾ ਕਿ ਸਾਡੇ ਸਿੱਖ ਉਬਲਦੇ ਦੇਗਿਆਂ ਵਿੱਚ ਬੈਠਣਗੇ, ਜਿਵੇਂ ਅਸੀਂ ਡੋਲੇ ਨਹੀਂ ਤੇ ਸਿੱਖ ਨਹੀਂ ਡੋਲਣਗੇ। ਤੇ ਭਾਈ ਦਿਆਲੇ ਜੀ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਹੁਣ ਕਿਰਪਾ ਕਰਨੀ, ਜੋਤ ਉਹੀ ਹੈ, ਸਰੀਰ ਬਦਲਿਆ ਹੈ, ਉਹੀ ਪੰਜਵੇਂ ਗੁਰਦੇਵ ਦੀ ਜੋਤ ਹੈ ਜਿਹੜੀ ਤੁਹਾਡੇ ਵਿੱਚ ਬਿਰਾਜਮਾਨ ਹੈ। ਸਤਿਗੁਰੂ ਹੁਣ ਤੁਹਾਡੇ ਸਿੱਖ ਦੀ ਵਾਰੀ ਹੈ, ਪਹਿਲਾਂ ਆਪ ਜੀ ਬੈਠੇ ਸੀ, ਹੁਣ ਸਿੱਖ ਦੀ ਵਾਰੀ ਹੈ, ਤੇ ਪਾਤਸ਼ਾਹ ਕਿਰਪਾ ਕਰਨੀ ਕਿਤੇ ਮੈਂ ਡੋਲ ਨਾ ਜਾਵਾਂ। ਤੇ ਗੁਰੂ ਸਾਹਿਬ ਅਰਦਾਸਾ ਸੋਧ ਕੇ ਭਾਈ ਦਿਆਲਾ ਜੀ ਉਬਲਦੇ ਦੇਗੇ ਵਿੱਚ ਬੈਠ ਗਏ। ਸਰੀਰ ਜਿਹੜਾ ਜਿਵੇਂ ਆਪਾਂ ਆਲੂ ਵਾਲੀਏ ਨਾ, ਪਾਣੀ ਦੇ ਵਿੱਚ ਆਲੂ ਵਾਲੀਏ, ਤੇ ਇਸ ਤਰ੍ਹਾਂ ਭਾਈ ਸਾਹਿਬ ਦਾ ਜਿਹੜਾ ਸਰੀਰ ਰਿੱਝ ਰਿੱਝ ਕੇ ਆਲੂ ਦੀ ਨੇ ਫੁੱਲ ਗਿਆ ਗੁਰੂ ਸਵਾਰਿਓ। ਪਰ ਗੁਰਮੁਖ ਪਿਆਰੇ ਨੂੰ ਗੁਰੂ ਸਵਾਰਿਓ ਹਰ ਗੁਣ ਗਾਵੈ ਨੀਤਾ ਨੀਤ। ਉਬਲਦੇ ਦੇਗੇ ਵਿੱਚ ਬੈਠ ਕੇ ਵੀ ਗੁਰਮੁਖ ਪਿਆਰੇ ਨੂੰ ਆਪਣਾ ਗੁਰੂ ਨਹੀਂ ਭੁੱਲਿਆ, ਆਪਣੇ ਗੁਰੂ ਨੂੰ ਯਾਦ ਰੱਖਿਆ। ਕਿੱਡੀ ਬੜਕਟ ਕਿਹੋ ਜਿਹਾ ਜੀਵਨ ਹੋਵੇਗਾ ਗੁਰੂ ਸਵਾਰੇ। ਸਾਡੇ ਸਰੀਰ ਨੂੰ ਥੋੜ੍ਹਾ ਜਿਹਾ ਸੇਕ ਲੱਗ ਜਾਵੇ, ਘਰ ਵਿੱਚ ਪ੍ਰਸ਼ਾਦਾ ਬਣਾ ਰਹੇ ਹਾਂ, ਤਵਾ ਗਰਮ ਹੈ, ਤਵੇ ਉੱਤੇ ਉਂਗਲ ਲੱਗ ਜਾਵੇ ਨੇ, ਆਪਾਂ ਉਂਗਲ ਨੂੰ ਪਕੜਦੇ ਹਾਂ ਕਿ ਸਾਡੀ ਉਂਗਲ ਸੜ ਗਈ। ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠ ਕੇ ਉੱਥੇ ਬੈਠ ਕੇ ਕਹਿੰਦੇ ਨੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ, ਹਰ ਗੁਣ ਗਾਵੈ ਨੀਤਾ ਨੀਤ। ਇੰਜ ਗੁਰੂ ਸਾਰੇ ਹਰੀ ਦੇ ਪਿਆਰੇ ਨਿਤਾ ਪ੍ਰਤੀ ਹਰੀ ਪ੍ਰਮਾਤਮਾ ਦੇ ਗੁਣਾਂ ਦਾ ਗਿਆਨ ਕਰਦੇ ਨੇ। ਉਹਨਾਂ ਨੂੰ ਅੱਗ ਨਹੀਂ ਡਰਾ ਸਕਦੀ, ਉਹਨਾਂ ਨੂੰ ਪਾਣੀ ਨਹੀਂ ਰੋਕ ਸਕਦਾ, ਕੋਈ ਇਹੋ ਜਿਹੀ ਤਾਕਤ ਨਹੀਂ ਜਿਹੜੀ ਗੁਰੂ ਸਵਾਰੇ ਉਹਨਾਂ ਨੂੰ ਰੋਕ ਸਕੇ। ਕਿਉਂਕਿ ਸੰਤ ਜਨਾਂ ਨਾ, ਉਹ ਚਾਹੇ ਹੁਣ ਰੁੱਖੀ ਸੁੱਖੀ ਰੋਟੀ ਮਿਲੇ, ਚਾਹੇ ਉਹਨਾਂ ਨੂੰ 36 ਪ੍ਰਕਾਰ ਦੇ ਪਕਵਾਨ ਮਿਲਣ, ਉਹ ਸੰਤ ਜਨਤਾ ਅੱਠੇ ਪਹਿਰ ਗੁਰੂ ਸਵਾਰਿਓ ਪਰਮਾਤਮਾ ਦਾ ਸ਼ੁਕਰ ਕਰਦੇ, ਪਰਮਾਤਮਾ ਦਾ ਸਿਮਰਨ ਕਰਦੇ ਨੇ। ਇੱਕ ਗਾਥਾ ਯਾਦ ਆ ਗਈ। ਕਹਿੰਦੇ ਨੇ ਇੱਕ ਰਾਜਾ ਆਪਣੇ ਮਹਿਲਾਂ ਵਿੱਚ ਬੈਠਾ ਹੋਇਆ, ਰਾਤ ਦਾ ਸਮਾਂ, ਰਾਜਾ ਟਹਿਲਦਾ, ਬਾਹਰ ਸਿਪਾਹੀ ਖਲੋਤੇ ਨੇ ਤੇ ਰਾਜੇ ਨੂੰ ਨੀਂਦ ਨਹੀਂ ਆ ਰਹੀ, ਤੇ ਆਪਣੇ ਮਹਿਲਾਂ ਦੀ ਅਟਾਰੀ ਵਿੱਚੋਂ ਖਲੋ ਕੇ ਕਮਰੇ ਦੀ ਬਾਰੀ ਦੇ ਰਾਹੀਂ ਬਾਹਰ ਦੇਖ ਰਿਹਾ। ਇੱਕ ਪਠਿਆਰਾ ਦਾਣੇ ਭੁੰਨ ਰਿਹਾ, ਉਹਦੇ ਕੋਲ ਇੱਕ ਰੱਬ ਦਾ ਪਿਆਰਾ ਫਕੀਰ ਆ ਗਿਆ, ਉਸ ਪਠਿਆਰੇ ਦੇ ਕੋਲ ਬੈਠ ਗਿਆ, ਤੇ ਪਠਿਆਰੇ ਨੇ ਕੁਝ ਕੁ ਦਾਣੇ ਨੂੰ ਗਰਮ ਗਰਮ ਛਕਣ ਲਈ ਦੇਣਾ ਕੀਤੇ ਸੰਤ ਜਾਣ ਕੇ, ਤੇ ਉਸ ਰੱਬ ਦੇ ਪਿਆਰੇ ਨੇ ਉਹ ਦਾਣੇ ਛਕੇ, ਉੱਥੇ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸੇ ਹੀ ਧਰਤੀ ਦੇ ਉੱਤੇ, ਮਿੱਟੀ ਦੇ ਉੱਤੇ ਬੜੀ ਗੂੜੀ ਨੀਂਦ ਸੌ ਗਿਆ। ਤੇ ਰਾਜਾ ਸਾਰੀ ਰਾਤ ਜਾਗਦਾ ਰਿਹਾ, ਦੇਖਦਾ ਰਿਹਾ ਕਿ ਹੁਣ ਉੱਠਦਾ, ਤੇ ਉਹ ਉੱਠਿਆ, ਫਿਰ ਉੱਠ ਕੇ ਫਿਰ ਗੁਣ ਗਾਇਨ ਕਰਨ ਲੱਗ ਪਿਆ। ਰਾਜਾ ਬੜਾ ਹੈਰਾਨ ਕਿ ਇਹ ਸੋ ਕੇ ਵੀ ਉੱਠ ਗਿਆ, ਮੈਨੂੰ ਹਾਲੇ ਤੱਕ ਨੀਂਦ ਨਹੀਂ ਆਈ ਹੈ, ਮੈਨੂੰ ਹਾਲੇ ਤੱਕ ਨੀਂਦ ਨਹੀਂ, ਇਹ ਸੋ ਕੇ ਉੱਠ ਗਿਆ। ਫਿਰ ਉਸੇ ਤਰ੍ਹਾਂ ਬੈਠ ਗਿਆ। ਸਵੇਰ ਹੋਈ ਤੇ ਰਾਜੇ ਨੇ ਹੁਕਮ ਕਰ ਦਿੱਤਾ ਕਿ ਉਸ ਸੰਤ ਨੂੰ, ਉਸ ਫਕੀਰ ਨੂੰ ਸਾਡੇ ਕੋਲ ਲੈ ਕੇ ਆਵੋ, ਉਹਨੇ ਕੋਈ ਸਵਾਲ ਜਵਾਬ ਕਰਨੇ ਨੇ। ਤੇ ਗੁਰੂ ਸਵਾਰਿਓ ਕਹਿੰਦੇ ਨੇ ਉਹ ਰੱਬ ਦੇ ਪਿਆਰੇ ਫਕੀਰ ਨੂੰ ਸੱਦਿਆ ਗਿਆ, ਰਾਜੇ ਦੀ ਕਚਹਿਰੀ ਵਿੱਚ ਆਇਆ। ਰਾਜੇ ਨੇ ਮਾਣ ਸਨਮਾਨ ਦਿੱਤਾ, ਕਹਿਣ ਲੱਗਿਆ ਕਿ ਦੱਸ ਇਹ ਫਕੀਰ ਜੀ, ਇਹ ਸੰਤ ਜੀ, ਦੱਸੋ ਤੁਹਾਡੀ ਰਾਤ ਕਿਵੇਂ ਬਤੀਤ ਹੋਈ, ਤੁਹਾਡੀ ਰਾਤ ਕਿਵੇਂ ਬਤੀਤ ਹੋਈ। ਤੇ ਅੱਗੋਂ ਰੱਬ ਦੇ ਪਿਆਰੇ ਫਕੀਰ ਨੇ ਉੱਤਰ ਦੇਣਾ ਕੀਤਾ, ਕਹਿਣ ਲੱਗਾ, ਰਾਜਨ ਅੱਧੀ ਰਾਤ ਤੁਹਾਡੇ ਜੈਸੀ ਬਤੀਤ ਹੋਈ ਹੈ ਤੇ ਅੱਧੀ ਬੜੇ ਆਨੰਦ ਵਿੱਚ ਬਤੀਤ ਹੋਈ ਹੈ। ਤੇ ਰਾਜਾ ਹੈਰਾਨ ਹੋ ਗਿਆ, ਕਹਿਣ ਮੇਰੇ ਜੈਸੀ ਬਤੀਤ, ਅੱਧੀ ਆਨੰਦ ਵਿੱਚ, ਤੁਹਾਡਾ ਕਹਿਣ ਦਾ ਭਾਵ ਕੀ ਹੈ। ਕਹਿਣ ਲੱਗਾ, ਜਿਹੜੇ ਅੱਧੀ ਰਾਤ ਮੈਂ ਸੁੱਤਾ ਪਠਿਆਰੇ ਦੇ ਭੱਠ ਕੋਲ, ਮੈਂ ਕੁਝ ਸਮੇਂ ਦਾਣੇ ਛਕ ਤੇ ਸੁੱਤਾ, ਸੁੱਤਿਆਂ ਹੋਇਆਂ ਨੂੰ ਮੈਨੂੰ ਰੱਬ ਭੁੱਲਿਆ, ਪਰਮਾਤਮਾ ਵਿਸਰਿਆ।
ਸੁੱਤਿਆਂ ਹੋਇਆਂ ਸੁਪਨ ਅਵਸਥਾ ਵਿੱਚ ਜਾ ਕੇ ਮੈਨੂੰ ਅਨੇਕਾਂ ਪ੍ਰਕਾਰ ਦੇ ਫੁਰਨੇ, ਅਨੇਕਾਂ ਪ੍ਰਕਾਰ ਦੇ ਸੁਪਨਿਆਂ ਦੀ ਦੁਨੀਆ ਵਿੱਚ ਮੈਂ ਵਿਚਰਦਾ ਰਿਹਾ। ਉਹ ਨਾਮ ਤੋਂ ਬਿਨਾਂ ਮੇਰੀ ਜਿਹੜੀ ਅੱਧੀ ਰਾਤ ਹੈ ਮੇਰੀ ਬਤੀਤ ਹੋ ਗਈ, ਕਿਸੇ ਕੰਮ ਨਹੀਂ ਆਈ। ਜਿਹੜੀ ਬਾਕੀ ਰਾਤ ਜਦੋਂ ਉੱਠ ਕੇ ਬੈਠਿਆ ਉਦੋਂ ਮੈਂ ਫਿਰ ਪਰਮਾਤਮਾ ਦੇ ਗੁਣ ਗਾਇਨ ਕਰਨ ਲੱਗ ਪਿਆ, ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਪਿਆ। ਅਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਮੈਨੂੰ ਭੁੱਲਿਆ ਨਹੀਂ। ਇਸ ਕਰਕੇ ਮੈਂ ਆਖਿਆ ਕਿ ਅੱਧੀ ਤੇਰੇ ਜੈਸੀ ਬਤੀਤ ਹੋਈ ਹੈ, ਅੱਧੀ ਬਹੁਤ ਵਧੀਆ ਬਤੀਤ ਹੋਈ ਹੈ। ਅਤੇ ਗੁਰੂ ਸਵਾਰਿਓ, ਇਹੋ ਜਿਹੇ ਹੁੰਦੇ ਨੇ ਗੁਰਮੁਖ ਪਿਆਰੇ, ਜਿਹੜੇ ਨਾਮ ਜਪਦੇ ਬੰਦਗੀ ਕਰਦੇ ਨੇ। ਹਰ ਗੁਣ ਗਾਵੈ ਨੀਤਾ ਨੀਤ, ਨਿਤਾ ਪ੍ਰਤੀ ਉਹ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ, ਕਦੇ ਵੀ ਪਰਮਾਤਮਾ ਵਾਹਿਗੁਰੂ ਨੂੰ ਉਹ ਵਿਸਾਰਦੇ ਨਹੀਂ ਹਨ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਨੇ, ਊਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਤਿਕਾਮ। ਕਿ ਜਨ ਪਿਆਰੇ ਦਾ ਇੱਕ ਕਾਰਜ ਹੈ ਕਿ ਉੱਠਦਿਆਂ ਬਹਿੰਦਿਆਂ ਸੁੱਤਿਆਂ ਹਰ ਸਮੇਂ ਪਰਮਾਤਮਾ ਦਾ ਨਾਂ ਜਪਣਾ। ਇੱਥੋਂ ਤੱਕ ਜੇ ਰੱਬ ਦੇ ਪਿਆਰੇ ਦੀ ਗੱਲ ਕਰੀਏ ਨਾ, ਤੇ ਭਗਤ ਕਬੀਰ ਸਾਹਿਬਾਨ ਜੀ ਨੂੰ ਪੁੱਛਣਾ, ਕਿਉਂਕਿ ਕਬੀਰ ਸਾਹਿਬਾਨ ਜੀ ਬਚਨ ਕਰਦੇ ਨੇ, ਕਹਿੰਦੇ ਕਬੀਰ ਸੁਪਨੈ ਹੂੰ ਬਰੜਾ ਜੀ। ਕਹਿੰਦੇ ਮਨੁੱਖ ਸੁੱਤਾ ਪਿਆ, ਸੁੱਤਾ ਪਿਆ, ਕਹਿੰਦੇ ਗੂੜੀ ਨੀਂਦ ਦੇ ਵਿੱਚ, ਤੇ ਬੁੜਬੜਾ ਕੇ ਮੁੱਖੋਂ ਆਖਦਾ। ਜਿਵੇਂ ਕਈ ਵਾਰੀ ਆਪਾਂ ਦੇਖਦੇ ਮਨੁੱਖ ਸੁੱਤਾ ਹੋਵੇ, ਸੁੱਤਾ ਹੋਇਆ ਮਨੁੱਖ ਕਈ ਵਾਰੀ ਬੋਲਣ ਲੱਗ ਪੈਂਦਾ ਹੈ। ਕਹਿੰਦੇ ਮਾਨੋ ਮਨੁੱਖ ਸੁੱਤਾ ਪਿਆ, ਸੁੱਤੇ ਹੋਏ ਨੇ ਮੁੱਖੋਂ ਆਖਿਆ ਰਾਮ, ਮੁੱਖੋਂ ਆਖਿਆ ਵਾਹਿਗੁਰੂ, ਮੁੱਖੋਂ ਆਖਿਆ ਅੱਲਾ ਖੁਦਾ। ਕਹਿੰਦੇ ਮਾਨੋ ਰੱਬ ਨੂੰ ਚੇਤੇ ਕੀਤਾ। ਕਹਿੰਦੇ ਉਸ ਮਨੁੱਖ ਦੇ ਲਈ ਮੈਂ ਆਪਣੇ ਚਮ ਦਾ ਜੋੜਾ ਬਣਾ ਕੇ ਪਹਿਨਣ ਲਈ ਦੇ ਦਿਆਂ। ਇੰਨਾ ਮਾਣ ਸਨਮਾਨ ਗੁਰੂ ਸਵਾਰੇ। ਅਤੇ ਅਵਸਥਾਵਾਂ ਬਣਦੀਆਂ ਕਿਹਦੀਆਂ ਨੇ? ਜਿਹੜੇ ਦਿਨ ਰਾਤ ਸਾਸ ਗਰਾਸ ਦੁਆਰਾ ਪਰਮਾਤਮਾ ਦਾ ਨਾਮ ਜਪਦੇ ਨੇ। ਜੇ ਆਪਾਂ ਗੁਰੂ ਸਵਾਰਿਓ ਕੁਦਰਤੀ ਤੌਰ 'ਤੇ ਆਪਾਂ ਆਪਣੇ ਜਦੋਂ ਆਪਾਂ ਰਾਤ ਵੇਲੇ ਸੌਂਦੇ ਹਾਂ, ਕੋਸ਼ਿਸ਼ ਕਰਕੇ ਦੇਖੋ, ਆਪਾਂ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਨ ਲੱਗ ਜਾਈਏ। 15-20 ਮਿੰਟ ਸੌਣ ਤੋਂ ਪਹਿਲਾਂ ਬੈਠੀਏ, ਫਿਰ ਆਪਾਂ ਪਲੰਘ ਉੱਤੇ ਲੇਟ ਗਏ, ਉਦੋਂ ਵੀ ਜਦੋਂ ਤੱਕ ਸਾਨੂੰ ਨੀਂਦ ਨਹੀਂ ਆਪਾਂ ਗੁਰਮੰਤਰ ਮੂਲ ਮੰਤਰ ਜਪੀ ਜਾਈਏ। ਨਿੱਤਾ ਪ੍ਰਤੀ ਇਸ ਤਰ੍ਹਾਂ ਕਰਦੇ। ਜਦੋਂ ਕੁਝ ਦਿਨ ਹੋਣਗੇ, 15-20 ਦਿਨ, ਮਹੀਨਾ ਹੋਵੇਗਾ, ਅਤੇ ਸੱਚ ਜਾਣੇ ਗੁਰੂ ਸਵਾਰ ਜਿਹੜਾ ਸਿਮਰਨ ਨਾ ਆਪਣੇ ਆਪ ਅੰਦਰ ਚੱਲਣ ਲੱਗ ਪੈਂਦਾ। ਅੱਖ ਖੁੱਲ੍ਹਦੀ ਹੈ, ਫਿਰ ਰੱਬ ਚੇਤੇ ਜਾਂਦਾ, ਫਿਰ ਉੱਥੋਂ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਮੁਖ ਜਨ ਜਿਹੜੇ ਨੇ ਉਹ ਸਾਸ ਗਰਾਸ ਦੁਆਰਾ ਪਰਮਾਤਮਾ ਦਾ ਨਾਮ ਜਪਦੇ ਨੇ। ਤਾਈਓ ਸਤਿਗੁਰੂ ਕਹਿੰਦੇ ਨੇ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਤੂੰ ਕਹਿੰਦੇ ਮਾਲਕ ਦੀ ਉਸਤਤ ਕਰਨਾ ਕਰ। ਹੁਣ ਮਾਲਕ ਦੀ ਉਸਤਤ ਕਿਵੇਂ ਕਰੀਏ? ਪਰਮਾਤਮਾ ਦੇ ਨਾਮ ਤਾਂ ਬਹੁਤੇ ਨੇ, ਸਾਡੀ ਜੀਭ ਇੱਕ ਹੈ। ਅਤੇ ਗੁਰੂ ਸਾਹਿਬਾਨ ਜੀ ਕਹਿੰਦੇ ਨੇ ਹੇ ਵਾਹਿਗੁਰੂ, ਤੇਰੀ ਉਸਤਤ ਆਪਾਂ ਕਿਵੇਂ ਕਰ ਸਕਦੇ ਹਾਂ? ਤੂੰ ਤਾਂ ਬਹੁਤ ਵੱਡਾ ਬੇਅੰਤ ਹੈ ਅਤੇ ਸਾਡੀ ਤੁੱਛ ਜੀਭਾ ਹੈ। ਤੁੱਛ ਜੀਭਾ ਦੇ ਆਪ ਜੀ ਦੇ ਗੁਣਾਂ ਦਾ ਆਪਾਂ ਵਰਣਨ ਕਿਵੇਂ ਕਰ ਸਕੀਏ? ਅਤੇ ਗੁਰੂ ਸਵਾਰੇ ਉਸ ਮਾਲਕ ਦੇ ਗੁਣਾਂ ਦਾ ਵਰਣਨ ਨਹੀਂ ਹੋ ਸਕਦਾ, ਇਹ ਸੱਚ ਹੈ। ਪਰ ਉਸ ਮਾਲਕ ਦੀ ਯਾਦ ਸ਼ਕਤੀ ਆਪਣੇ ਮਨ ਵਿੱਚ ਵਸਾਈ ਜਾ ਸਕਦੀ ਹੈ। ਅਤੇ ਸਤਿਗੁਰੂ ਤਾਂ ਬੇਅੰਤ ਹੈ, ਉਹ ਵਾਹਿਗੁਰੂ ਦਾ ਕੋਈ ਹੱਦ ਬੰਨਾ ਹੀ ਨਹੀਂ ਹੈ। ਜਿਹਦਾ ਕੋਈ ਹੱਦ ਬੰਨਾ ਨਹੀਂ ਹੈ, ਆਪਾਂ ਗੁਰੂ ਸਵਾਰੇ ਉਹਨੂੰ ਕਿਵੇਂ ਆਖ ਦੇਵਾਂਗੇ ਕਿ ਇਹਦਾ ਹੱਦ ਡੂੰਘਾਈ ਕਿੰਨੀ? ਜਿਵੇਂ ਸਮੁੰਦਰ ਹੈ, ਸਮੁੰਦਰ ਮੁੱਖੋਂ ਆਪਾਂ ਕਹਿਣਾ ਸੌਖਾ ਸਮੁੰਦਰ, ਪਰ ਸਮੁੰਦਰ ਦਾ ਜੇ ਪਾਣੀ ਨੂੰ ਆਪਾਂ ਨਾਪਣਾ ਹੋਵੇ, ਤੋਲਣਾ ਹੋਵੇ, ਅਤੇ ਉਹਦੀ ਡੂੰਘਾਈ ਨੂੰ ਆਪਾਂ ਦੇਖਣਾ ਹੋਵੇ, ਗਹਿਰਾਈ ਨੂੰ ਦੇਖਣਾ ਹੋਵੇ, ਅਤੇ ਉਹ ਤਾਂ ਫਿਰ ਗੁਰੂ ਸਾਹਿਬ ਗਹਿਰਾਈ ਸਮੁੰਦਰ ਵਿੱਚ ਜਾਣਾ ਪਵੇਗਾ ਨਾ। ਸਮੁੰਦਰ ਕਹਿ ਦੇਣਾ ਅਤੇ ਸਮੁੰਦਰ ਕਹਿ ਕੇ ਆਪਾਂ ਕਹਿ ਦਈਏ ਕਿ ਸਮੁੰਦਰ ਦਾ ਇਸ਼ਨਾਨ ਕਰ ਲੈ, ਨਹੀਂ। ਪਹਿਲਾਂ ਸਮੁੰਦਰ ਦਾ ਇਸ਼ਨਾਨ ਕਰਨ ਲਈ ਸਮੁੰਦਰ ਦੇ ਵਿੱਚ ਪ੍ਰਵੇਸ਼ ਹੋਣਾ ਪਵੇਗਾ। ਵਾਹਿਗੁਰੂ ਮੁੱਖੋਂ ਕਹਿ ਰਹੇ ਹਾਂ, ਵਾਹਿਗੁਰੂ ਕਹਿ ਰਹੇ ਹਾਂ,
ਤੇ ਕਹੀ ਜਾਵੋ, ਪਰ ਜਦੋਂ ਤੱਕ ਆਪਾਂ ਗੁਰੂ ਸਵਾਰਿਓ ਅੰਦਰ ਪ੍ਰਵੇਸ਼ ਨਹੀਂ ਕਰਦੇ, ਵਾਹਿਗੁਰੂ ਦੇ ਵਿੱਚ ਆਪਣੇ ਆਪ ਨੂੰ ਆਪਾਂ ਖਵੋ ਨਹੀਂ ਲੈਂਦੇ, ਤੇ ਉਦੋਂ ਤੱਕ ਸਾਨੂੰ ਦੀ ਗਹਿਰਾਈ ਦਾ ਪਤਾ ਨਹੀਂ ਲੱਗਿਆ ਕਿ ਉਹ ਕਿੰਨਾ ਕੁ ਵੱਡਾ ਹੈ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਆਖ ਦਿੱਤਾ, ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਨੇ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕਹਿੰਦੇ ਜੇਕਰ ਸਾਰੇ ਜਿਹਨੂੰ ਪੁੱਛੀਦਾ, ਕਹਿੰਦੇ ਮਾਲਕ ਕਹਿੰਦੇ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਸਾਰਿਆਂ ਬਸ ਸੁਣਨਾ ਕੀਤਾ, ਪਰ ਕਹਿੰਦੇ ਕਿੱਡਾ ਕੁ ਵੱਡਾ ਹੈ, ਕਹਿੰਦੇ ਉਹੀ ਦੱਸ ਸਕਦਾ ਨਾ ਜਿਹਨੇ ਡੀਠਾ ਹੋ, ਜਿਹਨੂੰ ਦੇਖਿਆ ਹੋਵੇ। ਜੋ ਦੇਖਿਆ ਨਹੀਂ ਹੈ ਤੇ ਆਪਾਂ ਦੱਸ ਕਿਵੇਂ ਸਕਦੇ ਹਾਂ। ਇੱਕ ਕਮਰਾ ਬੰਦ ਹੈ ਕਈ ਸਾਲਾਂ ਤੋਂ, ਜਿੰਦਰਾ ਲੱਗਿਆ ਹੋਇਆ, ਤੇ ਉਸ ਬੰਦ ਕਮਰੇ ਵਿੱਚ ਆਪਾਂ ਕਿਵੇਂ ਦੱਸ ਸਕਦੇ ਹਾਂ ਇਸ ਕਮਰੇ 'ਚ ਕੀ ਕੀ ਪਿਆ ਹੋਇਆ, ਕਿਹੋ ਜਿਹਾ ਬੈੱਡ ਲੱਗਿਆ, ਕਿਹੋ ਜਿਹਾ ਸੋਫਾ ਲੱਗਿਆ, ਕਿਹੜਾ ਕਿਹੜਾ ਸਮਾਨ ਪਿਆ ਹੋਇਆ ਹੈ। ਉਸ ਕਮਰੇ ਨੂੰ ਜੇ ਅੰਦਰ ਦਾ ਸਾਜੋ ਸਮਾਨ ਦੱਸਣਾ ਹੋਵੇ, ਪਹਿਲਾਂ ਉਸ ਕਮਰੇ ਦਾ ਜਿੰਦਰਾ ਖੋਲ੍ਹਣਾ ਪਵੇਗਾ। ਜਿੰਦਰਾ ਖੋਲਾਂਗੇ, ਅੰਦਰ ਪ੍ਰਵੇਸ਼ ਹੋਵਾਂਗੇ, ਲਾਈਟ ਜਗਾਵਾਂਗੇ, ਫਿਰ ਅੰਦਰ ਜਾ ਕੇ ਪਤਾ ਲੱਗੇ ਕਿ ਫਲਾਣੀ ਫਲਾਣੀ ਚੀਜ਼ ਫਲਾਣੀ ਫਲਾਣੀ ਥਾਂ 'ਤੇ ਪਈ ਹੋਈ ਹੈ, ਫਿਰ ਆਪਾਂ ਦੱਸ ਸਕਦੇ ਹਾਂ। ਇਸੇ ਤਰ੍ਹਾਂ ਹੀ ਗੁਰੂ ਸਵਾਰਿਓ, ਪਰਮਾਤਮਾ ਜਿਹੜਾ ਵਾਹਿਗੁਰੂ ਹੈ ਸਾਡੇ ਅੰਤःਕਰਨ ਦੇ ਵਿੱਚ ਅੰਦਰ ਬੈਠਾ ਹੋਇਆ, ਤੇ ਬਾਹਰੋਂ ਜਿੰਦਰਾ ਲੱਗਿਆ ਹੋਇਆ, ਜਿੰਦਰਾ ਲੱਗਿਆ ਬੰਦ ਹੈ, ਤਾਲਾ ਲੱਗਿਆ ਹੋਇਆ ਹੈ, ਤੇ ਉਸ ਜਿੰਦਰੇ ਨੂੰ ਖੋਲ੍ਹਣ ਲਈ ਚਾਬੀ ਸਾਨੂੰ ਲੈਣੀ ਪਵੇਗੀ। ਚਾਬੀ ਕਿੱਥੋਂ ਮਿਲਣੀ ਹੈ? ਸਾਡੇ ਗੁਰੂ ਪਾਤਸ਼ਾਹ ਪਾਸੋਂ। ਗੁਰੂ ਸਾਹਿਬਾਨ ਜੀ ਉਹ ਚਾਬੀ ਦੇਣਗੇ। ਜਦੋਂ ਆਪਾਂ ਗੁਰੂ ਦੀ ਚਾਬੀ ਕੀ ਹੈ? ਚਾਬੀ ਗੁਰੂ ਦੀ ਕੀ ਹੈ? ਜਿਹੜੀ ਗੁਰੂ ਦਾ ਸ਼ਬਦ ਹੈ, ਇਹੀ ਚਾਬੀ ਹੈ, ਵਿੱਚ ਗੁਰੂ ਦੀ ਵਿਚਾਰਧਾਰਾ, ਮੂਲ ਮੰਤਰ, ਗੁਰ ਮੰਤਰ, ਇਹ ਸਾਡਾ ਮੁੱਢ ਹੈ। ਵੱਧ ਤੋਂ ਵੱਧ ਬਾਣੀ ਪੜ੍ਹੋ, ਸਿਮਰਨ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਭੋਗ ਪਾਓ, ਸਹਿਜ ਪਾਠ ਕਰੋ, ਪਰ ਸੱਚ ਜਾਣਿਓ ਮੂਲ ਮੰਤਰ ਤੇ ਗੁਰ ਮੰਤਰ ਦਾ ਅਭਿਆਸ ਜ਼ਰੂਰ ਕਰਿਆ ਕਰੋ। ਅੱਧਾ ਘੰਟਾ ਜਿੰਨਾ ਸਮਾਂ ਮਿਲੇ, ਤੂੰ ਆਪਣੇ ਕੰਮ ਧੰਦਿਆਂ ਕਰਦਿਆਂ ਹੋਇਆਂ, ਦਫ਼ਤਰ ਬੈਠੀਆਂ, ਦਫ਼ਤਰ ਵਿੱਚ ਬੈਠੇ ਹੋਏ ਜਦੋਂ ਸਮਾਂ ਮਿਲੇ ਤੇ ਮੂਲ ਮੰਤਰ ਦਾ ਪਾਠ ਕਰੋ, ਗੁਰ ਮੰਤਰ ਜਪੋ। ਜਿਹੜਾ ਸਮਾਂ ਸਾਨੂੰ ਉਸ ਸਮੇਂ ਨੂੰ ਅਜਾਈ ਨਾ ਜਾ, ਸਾਡਾ ਮੁੱਢ ਹੈ। ਜੇ ਮੁੱਢ ਦੇ ਨਾਲ ਜੁੜਾਂਗੇ ਤੇ ਜਿਵੇਂ ਦਰੱਖਤ ਹੈ, ਦਰੱਖਤ ਦੀ ਜਿਹੜੇ ਜੜ੍ਹਾਂ ਨੇ, ਜੜ੍ਹਾਂ ਜੇ ਕਮਜ਼ੋਰ ਹੋ ਜਾਣ ਤੇ ਗੁਰੂ ਸਰੇ ਦਰੱਖਤ ਨੂੰ ਫਲ ਨਹੀਂ ਲੱਗ ਸਕਦੇ ਨੇ। ਜੇ ਜੜ੍ਹਾਂ ਮਜ਼ਬੂਤ ਹੋਣ ਨਾ, ਜੜ੍ਹਾਂ ਮਜ਼ਬੂਤ, ਤਾਂ ਉਸ ਦਰੱਖਤ ਨੂੰ ਫਿਰ ਫਲ ਲੱਗਦੇ ਨੇ। ਅਮਰੂਦ ਦਾ ਦਰੱਖਤ ਹੈ ਤੇ ਅਮਰੂਦ ਲੱਗ ਜਾਣਗੇ, ਅੰਬਾਂ ਦਾ ਦਰੱਖਤ ਤੇ ਅੰਬ ਲੱਗ ਜਾਣਗੇ। ਭਾਵ ਕਹਿਣ ਦਾ ਕਿ ਜਿਹੋ ਜਿਹਾ ਦਰੱਖਤ ਉਹੋ ਜਿਹੇ ਫਲ ਲੱਗ ਜਾਣਗੇ। ਜੇ ਜੜ੍ਹਾਂ ਮਜ਼ਬੂਤ ਹੋਣਗੀਆਂ ਤੇ ਜੜ੍ਹਾਂ ਖੋਖਲੀਆਂ ਹੋ ਗਈਆਂ, ਜੜ੍ਹਾਂ ਕਮਜ਼ੋਰ ਹੋ ਗਈਆਂ, ਫਿਰ ਇੱਕ ਦਿਨ ਉਹ ਦਰੱਖਤ ਵੀ ਖਤਮ ਹੋ ਜਾਂਦਾ ਹੈ। ਉਹਦੀਆਂ ਟਾਹਣੀਆਂ, ਉਹਦੇ ਪੱਤੇ, ਇਹ ਸਾਰੇ ਸੁੱਕ ਜਾਂਦੇ ਨੇ। ਉਹ ਫਿਰ ਉਹ ਲੱਕੜ ਕਿਸੇ ਕੰਮ ਨਹੀਂ ਆਉਂਦੀ। ਇੱਕ ਲੱਕੜ ਬਾਲਣ ਦੀ ਨਹੀਂ, ਉਹ ਜਿਹੜਾ ਵਰਤਿਆ ਜਾਂਦਾ ਹੈ। ਇਸ ਕਰਕੇ ਗੁਰੂ ਸਰ ਜ਼ਰੂਰੀ ਹੈ ਗੁਰ ਮੰਤਰ, ਮੂਲ ਮੰਤਰ ਦਾ ਅਭਿਆਸ ਕਰੋ, ਫਿਰ ਬਾਣੀ ਪੜ੍ਹੋ, ਜਪਜੀ ਸਾਹਿਬ ਕਰੋ, ਜਾਪ ਸਾਹਿਬ ਕਰੋ, ਦਇਆ ਪ੍ਰਸਾਦ ਸਵਈਏ, ਚੌਪਈ ਆਨੰਦ, ਸੁਖਨੀ ਸਾਹਿਬ, ਆਸਾ ਦੀ ਵਾਰ, 5 ਗ੍ਰੰਥੀ, 10 ਗ੍ਰੰਥੀ, ਜਿੰਨੀ ਵੀ ਬਾਣੀ ਪੜ੍ਹੀ ਜਾਵੇ ਥੋੜ੍ਹੀ ਹੈ। ਸਿਆਣਿਆਂ ਦਾ ਕਥਨ ਹੁੰਦਾ ਸੀ ਨਾ, ਪੁਰਾਣੇ ਬਜ਼ੁਰਗ ਕਹਿੰਦੇ ਪੈਸਾ ਗੰਠ, ਬਾਣੀ ਕੰਠ। ਅਤੇ ਪੁਰਾਤਨ ਜਿਹੜੇ ਸਿੰਘ ਹੁੰਦੇ ਸੀ, ਉਹਨਾਂ ਨੂੰ ਬਾਣੀ ਬੜੀ ਕੰਠ ਹੁੰਦੀ ਸੀ। ਨਾਲੇ ਉਦੋਂ ਘਰ ਵੀ ਕੱਚੇ ਹੁੰਦੇ ਸੀ। ਸਿੱਖਾਂ ਦੇ ਜਿਹੜੇ ਘਰ ਸੀ ਨਾ, ਸਿੱਖਾਂ ਕੋਲ ਤਾਂ ਘਰ ਘਟ ਹੈ ਹੀ ਨਹੀਂ ਸੀ। ਪਹਿਲੀ ਗੱਲ ਤਾਂ ਇਹ ਸੀ, ਸਿੱਖਾਂ ਦੇ ਸਿਰ ਤਾਂ ਮੁੱਲ ਪੈਂਦੇ ਸਨ। ਘੋੜੀਆਂ ਦੀਆਂ ਕਾਠੀਆਂ ਉੱਤੇ ਰਹਿਣਾ, ਜੰਗਲਾਂ ਵਿੱਚ ਰਹਿਣਾ, ਜੋ ਮਿਲ ਗਿਆ ਤੇ ਗੁਰੂ ਰੁੱਖੀ ਸੁੱਖੀ ਖਾ ਲੈਣੀ, ਪੱਤੇ ਧੂਗੇ ਖਾ ਲੈਣੇ, ਭੁੱਖੇ ਰਹਿ ਕੇ ਗੁਰੂ ਸਰੇ ਪਰਮਾਤਮਾ ਦਾ ਸ਼ੁਕਰ ਕਰਨਾ। ਪਰ ਆਪਾਂ ਪੁਰਾਤਨ ਸਿੰਘਾਂ ਦਾ ਆਪਾਂ ਜਦੋਂ ਪਹਿਰਾਵਾ ਦੇਖਦੇ ਨਾ, ਨਿਹੰਗ ਸਿੰਘ ਨੇ, ਜਿਵੇਂ ਨਿਹੰਗ ਸਿੰਘ ਨੇ ਇੱਕ ਗੁਰੂ ਸਵਾਰੇ ਇੱਥੇ ਆਪਣੇ ਗਾਤਰੇ ਦੇ ਇੱਕ ਕਹਿੰਦੇ ਇੱਕ ਥੋੜ੍ਹਾ ਛੋਟਾ ਜਿਹਾ ਬੈਗ ਪਾਇਆ ਹੁੰਦਾ ਗਾਤਰੇ ਦਾ ਬਣਾ ਕੇ, ਅਤੇ ਉਹ ਬੈਗ ਨੂੰ ਪਤਾ ਕੀ ਆਖਦੇ ਨੇ? ਉਹ ਜਿਹੜਾ ਬੈਗ ਹੈ ਖਜ਼ਾਨਾ।
खजाना क्यों आख्या जाता? खजाना ਉਹਦੇ 'ਚ ਇਹ नहीं कि माया पाई हुई सोना चांदी पाए, नहीं। खजाना ਉਹਨੂੰ क्यों आख्या जाता? उसदे विच गुरबाणी दीयां पोथियां हुंदियां सी, गुरबाणी दे गुटके हुंदे सी, ते जंगल दे विच बैठ के घोड़ियां दीयां काठियां उत्ते बैठ के भी ਉਹ ਸੰਤ ਜਿਹੜੇ ਸਿੰਘ ਸੀ, ਪੁਰਾਤਨ ਸਿੰਘ ਗੁਰੂ ਸਵਾਰਿਓ, ਉਹ ਬਾਣੀ ਪੜ੍ਹਦੇ ਹੁੰਦੇ ਸੀ, ਪੋਥੀਆਂ ਪ੍ਰਕਾਸ਼ ਕਰ ਲੈਣੀਆਂ। ਅਤੇ ਇੱਥੋਂ ਤੱਕ ਉਹਨਾਂ ਨੂੰ ਬਾਣੀ ਬੜੀ ਕੰਠ ਹੁੰਦੀ ਸੀ। ਅੱਜ ਕੱਲ੍ਹ ਤਾਂ ਇਹੋ ਜਿਹਾ ਸਮਾਂ ਆ ਗਿਆ ਏ ਕਿ ਜਿੱਥੇ ਕਿਸੇ ਨੂੰ ਕਹਦੇ ਬਾਣੀ ਕੰਠ ਕਰੋ ਅਤੇ ਕਹਿ ਦਿੰਦੇ ਨੇ ਕਿ ਬਾਕੀ ਤਾਂ ਉਹ ਜਿਹੜੇ ਜਾਪ ਸਾਹਿਬ ਨਹੀਂ ਕੰਠ ਹੋਣਾ। ਅਤੇ ਸਿੰਘਾਂ ਨੂੰ ਗੁਰੂ ਸਾਹਿਬ ਔਖੀ ਅਤੇ ਔਖੀਆਂ ਬਾਣੀ ਯਾਦ ਹੁੰਦੀਆਂ ਸੀ। ਜਾਪ ਸਾਹਿਬ ਦਾ ਕੀ ਸਭ ਤੋਂ ਮਹਿੰਗੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਹਿਸਕ੍ਰਿਤੀ ਬਾਣੀ, ਜਿਹਨੂੰ ਸੰਸਕ੍ਰਿਤ ਆਖਦੇ ਨੇ ਆਪਾਂ। ਸੰਸਕ੍ਰਿਤ ਬਾਣੀ, ਸਹਿਸਕ੍ਰਿਤੀ ਬਾਣੀ ਸਭ ਤੋਂ ਮਹਿੰਗੀ ਬਾਣੀ ਹੈ। ਪਰ ਪੁਰਾਤਨ ਸਿੰਘਾਂ ਨੂੰ ਇਹ ਬਾਣੀ ਵੀ ਕੰਠ ਹੁੰਦੀ ਸੀ। ਕਾਰਨ ਕੀ ਸੀ? ਉਹ ਬਾਣੀ ਦਾ ਅਭਿਆਸ ਕਰਦੇ ਹੁੰਦੇ ਸੀ। ਅੱਜ ਸਾਡੇ ਕੋਲ ਜਪਜੀ ਸਾਹਿਬ ਦਾ ਪਾਠ ਕਰਨ ਦਾ ਸਮਾਂ ਨਹੀਂ ਹੈ। ਹੁਣ ਦੇਖੋ, ਮਾਫ਼ ਕਰਨਾ, ਇਹ ਹੁਣ ਜਿਹੜੀ ਬਿਮਾਰੀ ਫੈਲੀ ਹੈ, ਮਹਾਂਮਾਰੀ ਕਰੋਨਾ ਵਾਇਰਸ, ਮਨੁੱਖ ਨੂੰ ਦਿਨ ਰਾਤ ਨੱਠ ਭੱਜ ਲੱਗੀ ਹੋਈ ਸੀ। ਦਿਨ ਰਾਤ ਕੰਮ ਧੰਦਿਆਂ 'ਚ, ਦਿਨ ਵੀ ਰਾਤ ਨੂੰ ਵੀ 12 ਵਜੇ ਘਰ ਵੜਨਾ, ਆ ਕੇ ਸਾਜਰੇ ਫਿਰ ਚਲੇ ਜਾਣਾ, ਕਹਿ ਦੇਣਾ ਕਿ ਸਾਡੇ ਕੋਲ ਸਮਾਂ ਹੀ ਨਹੀਂ ਹੈ ਬਾਣੀ ਪੜ੍ਹਨ ਦਾ। ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਬਿਮਾਰੀ ਠੀਕ ਹੋਵੇ। ਪਰ ਸਾਨੂੰ ਸਮਾਂ ਮਿਲ ਗਿਆ ਮਾਲਕ ਨਾਲ ਜੁੜਨ ਦਾ, ਸਮਾਂ ਮਿਲ ਗਿਆ। ਸਾਡੇ ਪਰਿਵਾਰ ਨਾਲ ਸਾਡੀਆਂ ਦੂਰੀਆਂ ਬਣੀਆਂ ਹੋਈਆਂ ਸਨ। ਬੱਚਿਆਂ ਦਾ ਮੁੱਖ ਨਹੀਂ ਆ ਕੇ ਦੇਖਣਾ, ਪਰਿਵਾਰ ਵਿੱਚ ਨਹੀਂ ਬੈਠਣਾ। ਉਹ ਸਮਾਂ ਸਾਨੂੰ ਮਾਲਕ ਨੇ ਦੇਣਾ ਕੀਤਾ ਹੈ ਕਿ ਬੱਚਿਆਂ ਵਿੱਚ ਬੈਠ ਕੇ ਪਰਮਾਤਮਾ ਨੂੰ ਚੇਤੇ ਕਰ ਲੈ ਭਾਈ। ਇਹ ਸਮਾਂ ਹੈ, ਜੇ ਇਹ ਸਮਾਂ ਲੰਘ ਗਿਆ ਫਿਰ ਸਾਡਾ ਕੁਝ ਨਹੀਂ ਬਣਨਾ ਗੁਰੂ ਸਵਾਰੇ। ਘਰ ਦੇ ਵਿੱਚ ਗੁੜ ਕੇ ਸਾਹਿਬ ਪ੍ਰਕਾਸ਼ ਕਰ ਲਓ, ਪੋਥੀਆਂ ਪ੍ਰਕਾਸ਼ ਕਰ ਲਵੋ। ਕੋਸ਼ਿਸ਼ ਕਰੋ ਕਿ ਜਿੰਨਾ ਸਮਾਂ ਇਹ ਬਣਿਆ ਹੈ, ਜੇ ਮੈਨੂੰ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ ਹੈ, ਜਿੰਨਾ ਸਮਾਂ ਇਹ ਲੋਕਡਾਊਨ ਹੋਇਆ ਹੈ, ਇੰਨਾ ਸਮਾਂ ਘਰ ਵਿੱਚ ਬੈਠ ਕੇ ਮੈਂ ਜਪਜੀ ਸਾਹਿਬ ਦੀ ਪਾਵਨ ਬਾਣੀ ਕੰਠ ਕਰ ਲਵਾਂ। ਹੋ ਸਕਦੀ ਹੈ, ਬੜਾ ਔਖਾ ਕੰਮ ਨਹੀਂ ਹੈ। ਜੇ ਆਪਾਂ ਇੱਕ ਦੋ ਪੌੜੀਆਂ ਰੋਜ਼ਾਨਾ ਕਰਨੀਆਂ ਸ਼ੁਰੂ ਕਰਦੀਆਂ ਨਾ, ਕਈ ਕਹਿੰਦੇ ਸਾਨੂੰ ਯਾਦ ਨਹੀਂ ਹੁੰਦੀ ਹੈ। ਕਿਉਂ ਨਹੀਂ ਯਾਦ ਹੁੰਦੀ ਹੈ? ਸੌਣ ਤੋਂ ਪਹਿਲਾਂ ਰਾਤ ਨੂੰ, ਤਰੀਕਾ ਦੇਖੋ, ਸ਼ਾਮ ਨੂੰ ਸੌਣ ਤੋਂ ਪਹਿਲਾਂ, ਰਾਤ ਨੂੰ ਸੌਣ ਤੋਂ ਪਹਿਲਾਂ 10 ਵਾਰੀ ਪੜ੍ਹੋ 2 ਪੌੜੀਆਂ। ਜਦੋਂ ਸਵੇਰੇ ਉੱਠਿਆ, ਇਸ਼ਨਾਨ ਕੀਤਾ, ਫਿਰ ਗੁਰੂ ਸਰ 10 ਵਾਰੀ ਪੜ੍ਹਨਾ ਕਰੋ। ਅਤੇ ਸੱਚ ਜਾਣੇ ਜਿਹੜੀ ਬਾਣੀ ਹੈ ਤੁਹਾਡੀ ਰਸਨਾ ਉੱਤੇ ਆਪਣੇ ਆਪ ਆ ਜਾਣੀ ਹੈ। ਆਪਾਂ 2-4 ਵਾਰੀ ਪੜ੍ਹਦੇ ਕਹਿੰਦੇ ਯਾਦ ਨਹੀਂ, ਕੁੜਕਾ ਸਾ ਰੱਖ ਦਿੰਦੇ। ਨਹੀਂ, ਗੁਰੂ ਸਵਾਰਿਓ, ਬਾਣੀ ਕੰਠ ਕਰਨੀ ਹੈ। ਜਦੋਂ ਬਾਣੀ ਨੂੰ ਧਿਆਨ ਨਾਲ ਪੜ੍ਹਾਂਗੇ, ਬਾਣੀ ਕੰਠ ਹੋਣੀ ਹੈ। ਜਿੰਨੀ ਸਾਡੀ ਬਾਣੀ ਕੰਠ ਹੋਵੇਗੀ, ਉਨਾ ਸਾਡੇ ਲਾਭਦਾਇਕ ਹੈ, ਉਨਾ ਸਾਡਾ ਗੁਰੂ ਸਾਨੂੰ ਖੁਸ਼ੀਆਂ ਖੇੜੇ ਮਿਲਣਗੇ। ਦੇਖੋ, ਜੇ ਆਪਾਂ ਸਫ਼ਰ ਕਰ ਰਹੇ ਹਾਂ, ਸਾਡੇ ਕੋਲ ਕੋਈ ਸਾਧਨ ਨਹੀਂ। ਅੱਜ ਕੱਲ੍ਹ ਤਾਂ ਵੈਸੇ ਗੁਰੂ ਦੀ ਬਖਸ਼ਿਸ਼ ਹੈ, ਮੋਬਾਇਲਾਂ ਦੇ ਵਿੱਚ ਗੁਰੂ ਸਵਾਰੇ ਗੁੜਕੇ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਆਪਾਂ ਕੱਢ ਸਕਦੇ ਹਾਂ। ਪਰ ਕਈ ਵਾਰੀ ਐਸਾ ਹੁੰਦਾ ਕਿ ਸਫ਼ਰ ਕਰਦਿਆਂ ਹੋਇਆਂ ਸਾਡੇ ਮੋਬਾਇਲ ਫੋਨ ਡੈੱਡ ਹੋ ਗਏ, ਬੈਟਰੀ ਖਤਮ ਹੋ ਗਈ, ਫਿਰ ਆਪਾਂ ਕਿੱਥੋਂ ਨਿਤਨੇਮ ਕਰਾਂਗੇ? ਅਤੇ ਜੇ ਬਾਣੀ ਕੰਠ ਹੋਵੇਗੀ, ਆਪਾਂ ਸਫ਼ਰ ਕਰਦਿਆਂ ਸਮੇਂ ਵੀ ਗੁਰੂ ਸਾਹਿਬ ਬਾਣੀ ਪੜ੍ਹਦੇ ਜਾਵਾਂਗੇ। ਸੋ ਰੋ ਵਿਚਾਰ ਸਮਾਂ ਜਾਤ ਨਹੀਂ ਦੇ ਰਿਹਾ। ਜ਼ਰੂਰੀ ਹੈ, ਜੇ ਬਾਣੀ ਕੰਠ ਕਰਾਂਗੇ, ਬਾਣੀ ਨੂੰ ਪੜ੍ਹਾਂਗੇ, ਬਾਣੀ ਨੂੰ ਵਿਚਾਰਾਂਗੇ, ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਨੂੰ ਖੁਸ਼ੀਆਂ ਮਿਲਣੀਆਂ ਨੇ। ਜੇ ਗੁਰੂ ਸਾਹਿਬ ਬਾਣੀ ਤੋਂ ਆਪਾਂ ਦੂਰ ਹੋ ਗਏ ਅਤੇ ਸਾਨੂੰ ਗੁਰੂ ਦੇ ਦਰ ਤੋਂ ਖੁਸ਼ੀਆਂ ਨਹੀਂ ਮਿਲਣੀਆਂ। ਸੱਚ ਹੈ। ਅਤੇ ਸਤਿਗੁਰੂ ਪਾਤਸ਼ਾਹ ਇੱਥੇ ਬਚਨ ਕਰਦੇ ਨੇ, ਕਹਿੰਦੇ ਭਾਈ ਜਿਹੜੇ ਗੁਰੂ ਦੇ ਪਿਆਰੇ ਨੇ, ਰੱਬ ਦੇ ਮੇਰੇ ਸੰਤ ਜਨ ਨੇ, ਉਹ ਹਰ ਗੁਣ ਗਾਵੈ ਨੀਤਾ ਨੀਤ। ਨਿਤਾ ਪ੍ਰਤੀ ਹਰੀ ਪਰਮਾਤਮਾ ਦੇ ਉਹ ਗੁਣਾਂ ਨੂੰ ਗਹਿਣ ਕਰਦੇ ਹਨ। ਤਿਸ ਬਿਨ ਦੂਜਾ ਅਵਰ ਨ ਕੋਊ, ਆਦ ਮੱਧ ਅੰਤ ਹੈ ਸੋ। ਅਤੇ ਰੱਬ ਦੇ ਪਿਆਰੇ ਸੰਤ ਜਨ ਇਹ ਆਖਦੇ ਨੇ ਕਿ ਭਾਈ ਤਿਸ ਬਿਨ ਦੂਜਾ ਅਵਰ ਨ ਕੋਊ, ਕਿ ਪਰਿਪੂਰਨ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਹੋਰ ਹੈ ਹੀ ਨਹੀਂ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਸ ਮਾਲਕ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਕਿਹੜੇ ਕਿਹੜੇ ਸਮਿਆਂ ਮਾਲਕ ਕਹਿੰਦੇ ਆਦ ਮੱਧ ਅੰਤ ਹੈ ਸੋ। ਜਦੋਂ ਸੰਸਾਰ ਨਹੀਂ ਬਣਿਆ ਸੀ, ਲੋਕ ਨਹੀਂ ਬਣੇ ਸਨ, ਸੰਸਾਰ ਨਹੀਂ ਬਣਿਆ ਸੀ,
ਸ਼ੁਰੂ ਦੇ ਵਿੱਚ ਵੀ ਪਰਮਾਤਮਾ ਸੀ। ਮੱਧ ਜਿਹੜਾ ਹੁਣ ਸਮਾਂ ਮੱਧ ਕਾਲ ਸਮਾਂ ਚੱਲ ਰਿਹਾ ਜਿਹਦੇ ਵਿੱਚ ਆਪਾਂ ਵਿਚਰ ਰਹੇ ਹਾਂ, ਤੇ ਪਰਮਾਤਮਾ ਹੁਣ ਵੀ ਹੈ। ਆਪਾਂ ਨਹੀਂ ਰਹਿਣਾ, ਅੱਜ ਆਪਾਂ ਹਾਂ, ਕੱਲ੍ਹ ਨੂੰ ਆਪਾਂ ਨਹੀਂ ਹੋਵਾਂਗੇ। ਤੇ ਪਰਮਾਤਮਾ ਪਹਿਲਾਂ ਵੀ ਸੀ, ਅੱਜ ਵੀ ਹੈ, ਤੇ ਅੰਤਮ ਸਮੇਂ ਵੀ ਪਰਮਾਤਮਾ ਹੋਵੇਗਾ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ, ਜੈ ਤਸਰੀ ਵਾਰ ਦੀ ਪਹਿਲੀ ਪੌੜੀ ਪਹਿਲਾ ਸ਼ਲੋਕ, ਕਿ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਿਮਰੰਤ ਸੰਤ ਸਰਬੱਤਰ ਰਮਣ, ਨਾਨਕ ਅਗਨਾਸਨ ਜਗਦੀਸ਼ਰ ਹੈ। ਉਹ ਤਾਂ ਹਾਰਿਆਂ ਸਮਿਆਂ ਦੇ ਵਿੱਚ ਹੈ, ਤੇ ਮਨੁੱਖ ਅੱਜ ਹੈ ਤੇ ਕੱਲ੍ਹ ਨੂੰ ਨਹੀਂ ਹੋਵੇਗਾ, ਤੇ ਮਨੁੱਖ ਖਤਮ ਹੋਣ ਵਾਲਾ ਹੈ, ਸੰਸਾਰ ਫਾਨੀ ਹੈ, ਤੇ ਪਰਮਾਤਮਾ ਹਰ ਸਮੇਂ ਹੈ। ਰਹਾਉ ਜਾ ਕੈ ਵਸ ਹੈ ਸਗਲ ਸੰਸਾਰ, ਆਪੇ ਆਪ ਨਿਰੰਕਾਰ ਜਾ ਕੈ ਵਸ ਹੈ। ਹੁਣ ਗੁਰੂ ਸਵਾਰਿਓ, ਆਮ ਤੌਰ 'ਤੇ ਸੰਸਾਰੀ ਬਿਰਤੀ ਮੁਤਾਬਕ ਆਪਾਂ ਦੇਖਦੇ ਹਾਂ ਕਿ ਇੱਕ ਚੱਕਰਵਰਤੀ ਰਾਜਾ ਬਣ ਗਿਆ। ਇਸ ਰਾਜੇ ਦਾ ਸਾਰੇ ਸੰਸਾਰ ਉੱਤੇ ਹੁਕਮ ਚੱਲਦਾ। ਆਪਾਂ ਕਹਿੰਦੇ ਫਲਾਣਾ ਰਾਜਾ ਜਿਹਨੇ ਦੇਸ਼ ਉੱਤੇ ਰਾਜ ਕੀਤਾ, ਪਰ ਉਸ ਰਾਜੇ ਦੇ ਉੱਤੇ ਵੀ ਕਿਸੇ ਦਾ ਹੁਕਮ ਹੈ, ਉਹ ਵੀ ਕਿਸੇ ਦਾ ਬਣਾਇਆ ਹੋਇਆ ਹੈ। ਉਹ ਪਰਮੇਸ਼ਰ ਰੂਪੀ ਰਾਜ ਨੇ। ਤਪੋ ਰਾਜ ਰਾਜੋ ਨਰਕ, ਸਿਆਣਿਆਂ ਦੀ ਕਹਾਵਤ ਹੈ। ਜੇ ਤਾਂ ਰਾਜ ਭਾਗ ਪ੍ਰਾਪਤ ਹੋਇਆ, ਤਪ ਸਾਧਨਾ ਕਰਕੇ ਰਾਜ ਭਾਗ ਮਿਲਦੇ ਨੇ, ਬੜੀਆਂ ਮਿਲਦੀਆਂ ਨੇ। ਜੋ ਵੀ ਆਪਾਂ ਦੇਖਦੇ ਹਾਂ, ਕੋਈ ਮੰਤਰੀ ਬਣਿਆ, ਕੋਈ MLA ਬਣਿਆ, ਕੋਈ ਮੁੱਖ ਮੰਤਰੀ, ਕੋਈ ਪ੍ਰਧਾਨ ਮੰਤਰੀ, ਕੋਈ ਰਾਸ਼ਟਰਪਤੀ ਬਣਿਆ ਹੈ, ਇਹ ਜੋ ਜਿੰਨੀਆਂ ਵੀ ਵਡਿਆਈਆਂ ਮਿਲੀਆਂ ਨੇ, ਇਹ ਪਿਛਲਾ ਤਪ ਹੈ। ਪਰ ਜੇ ਆਪਾਂ ਇਹ ਵਡਿਆਈ ਪ੍ਰਾਪਤ ਕਰਕੇ ਲੋਕ ਭਲਾਈ ਦੇ ਕੰਮ ਕਰਨ ਲੱਗ ਪਏ, ਚੰਗੇ ਕੰਮ ਕੀਤੇ, ਫਿਰ ਤਾਂ ਨਰਕ ਨਹੀਂ ਹੈ। ਪਰ ਜੇ ਆਪਾਂ ਵਡਿਆਈ ਨੂੰ ਪ੍ਰਾਪਤ ਕਰਕੇ ਅੰਗ ਵਿੱਚ ਜੀਣ ਲੱਗ ਪਏ, ਪਰਮਾਤਮਾ ਨੂੰ ਭੁੱਲ ਗਏ, ਗੁਰੂ ਨੂੰ ਭੁੱਲ ਗਏ, ਪਰਮਾਤਮਾ ਦਾ ਸ਼ੁਕਰ ਨਹੀਂ ਕੀਤਾ, ਫਿਰ ਤਪੋ ਰਾਜ ਰਾਜੋ ਨਰਕ ਹੈ। ਤੇ ਇਸ ਕਰਕੇ ਜਿੰਨੇ ਵੀ ਵੱਡੇ ਵੱਡੇ ਬਾਦਸ਼ਾਹ ਇਤਿਆਦਿਕ ਨੇ, ਸੰਸਾਰ ਦੀ ਜਿੰਨੀ ਵੀ ਤਾਕਤ ਹੈ, ਸਾਰੀ ਉਸ ਪਰਮਾਤਮਾ ਦੇ ਵਸ ਵਿੱਚ ਹੈ। ਇਸ ਕਰਕੇ ਮੈਂ ਜਾ ਕੇ ਵਸ ਹੈ ਸਗਲ ਸੰਸਾਰ, ਸਾਰਾ ਸੰਸਾਰ ਜਿਹਦੇ ਵਸ ਵਿੱਚ ਹੈ ਭਾਈ। ਆਪੇ ਆਪ ਨਿਰੰਕਾਰ। ਉਹ ਪਰਮਾਤਮਾ ਕਿਹੋ ਜਿਹਾ? ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪੁੱਛੋ। ਕਲਗੀਧਰ ਪਾਤਸ਼ਾਹ ਇੱਥੋਂ ਤੱਕ ਬਚਨ ਕਰਦੇ ਨੇ, ਕਹਿੰਦੇ ਨੇ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਨ ਦੁਆਰ ਤੋਂ। ਹੇ ਪਾਤਸ਼ਾਹ, ਹੇ ਪ੍ਰਭੂ ਜੀ, ਮੈਂ ਤੇਰਾ ਦਾਸ ਹਾਂ, ਮੈਂ ਦਾਸ ਜਾਣ ਕੇ ਮੇਰੇ ਉੱਤੇ ਕਿਰਪਾ ਕਰੋ। ਹਾਰ ਪਰਾ, ਹਾਰ ਕੇ ਥੱਕ ਕੇ, ਆਨ ਦੁਆਰ ਤੋਂ ਇਹ ਮੈਂ ਤੁਹਾਡੇ ਦਰ 'ਤੇ ਆਇਆ, ਤੁਹਾਡਾ ਉਸ ਓਟ ਆਸਰਾ ਤੱਕਿਆ, ਮੇਰੇ 'ਤੇ ਬਖਸ਼ਿਸ਼ ਕਰੋ। ਇਸ ਕਰਕੇ ਪਾਤਸ਼ਾਹ ਕਹਿੰਦੇ ਆਪੇ ਆਪ ਨਿਰੰਕਾਰ। ਉਹ ਵਾਹਿਗੁਰੂ ਆਪ ਮੁੰਡ ਕਦੀਮਾ ਤੋਂ ਆਪਣੇ ਆਪ ਤੋਂ ਪੈਦਾ ਹੋਇਆ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਨਾ ਉਹ ਜੰਮਦਾ ਨਾ ਮਰਦਾ, ਆਪਾਂ ਜੰਮਣ ਮਰਨ ਦੇ ਵਿੱਚ ਹੈ। ਤੇ ਆਪ ਹੀ ਵਾਹਿਗੁਰੂ ਨਿਰੰਕਾਰ ਆਕਾਰ ਤੋਂ ਰਹਿਤ ਹੈ। ਨਾਨਕ ਗਹਿਓ ਸਾਚਾ ਸੋਏ, ਸੁਖ ਪਾਇਆ ਫਿਰ ਦੁੱਖ ਨਾ ਹੋਏ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ, ਕਹਿੰਦੇ ਭਾਈ ਨਾਨਕ ਨੇ, ਗਹਿਓ ਦਾ ਅਰਥ ਹੈ ਪਕੜਨਾ। ਜਿਹੜਾ ਸੱਚਾ ਸੋਏ ਪਰਮੇਸ਼ਰ ਵਾਹਿਗੁਰੂ ਹੈ, ਸੱਚੇ ਮਾਲਕ ਦਾ ਓਟ ਆਸਰਾ ਗਹਿਓ ਲੈਣਾ ਕੀਤਾ, ਉਹਦੀ ਓਟ ਤੱਕਣਾ ਕੀਤੀ ਹੈ। ਉਸ ਮਾਲਕ ਦੇ ਓਟ ਤੱਕ ਲਈ ਹੈ, ਮਾਲਕ ਦਾ ਆਸਰਾ ਤੱਕ ਲਿਆ ਹੈ। ਜਦੋਂ ਮਾਲਕ 'ਤੇ ਲੜਨ ਲੱਗ ਗਏ, ਕਹਿੰਦੇ ਸੁੱਖ ਪਾਇਆ ਫਿਰ ਦੁੱਖ ਨਾ ਹੋਏ। ਜਿਹੜੇ ਪ੍ਰਭੂ ਦੇ ਲੜ ਲੱਗ ਜਾਂਦੇ, ਗੁਰੂ ਦੇ ਲੜ ਲੱਗ ਜਾਂਦੇ ਨਾ, ਉਹਨਾਂ ਨੂੰ ਫਿਰ ਜ਼ਿੰਦਗੀ ਦੇ ਸਾਰੇ ਸੁੱਖ ਮਿਲਦੇ ਨੇ। ਇਸ ਲੋਕ ਦੇ ਸੁੱਖ ਵੀ ਤੇ ਪਰਲੋਕ ਦੇ ਸੁੱਖ ਵੀ। ਆਗਾ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ। ਇਹੋ ਜਿਹੀ ਅਵਸਥਾ ਬਣਦੀ ਹੈ।
ਫਿਰ ਦੁੱਖ ਨਾ ਹੋਏ। ਕਿਸੇ ਪ੍ਰਕਾਰ ਦਾ ਦੁੱਖ ਉਹਨਾਂ ਗੁਰਮੁਖਾਂ ਦੇ ਨੇੜੇ ਨਹੀਂ ਆਉਂਦਾ। ਇਹਦਾ ਮਤਲਬ ਇਹ ਨਹੀਂ ਕਿ ਸਰੀਰਕ ਕਸ਼ਟ ਨਹੀਂ ਆਉਂਦੇ। ਸਰੀਰ ਦੇ ਗੁਰੂ ਸਰ ਇੱਕ ਮਿੱਟੀ ਹੈ ਸਰੀਰ ਸਾਡਾ। ਇਸ ਮਿੱਟੀ ਦੇ ਵਿੱਚ ਜਿਵੇਂ ਆਪ ਧਰਤੀ ਵਿੱਚ ਜਿਹੋ ਜਿਹੀ ਆਪਾਂ ਫਸਲ ਬੀਜਾਂਗੇ ਉਹੋ ਜਿਹੀ ਪੈਦਾ ਹੋ ਜਾਂਦੀ ਹੈ। ਜੇ ਜ਼ਹਿਰ ਵਾਲੇ ਬੀਜ ਬੀਜਾਂਗੇ ਤਾਂ ਜ਼ਹਿਰ ਪੈਦਾ ਹੋਵੇਗਾ। ਜੇ ਗੁਰੂ ਸਵਾਰੇ ਚੰਗੇ ਬੀਜ ਬੀਜਾਂਗੇ, ਸਮੇਂ ਹਾੜੀ ਅਤੇ ਸੋਹਣੀ ਦੀ ਫਸਲ ਬੀਜਾਂ ਸਮੇਂ ਮੁਤਾਬਕ, ਤੇ ਉਹੋ ਜਿਹੀ ਫਸਲ ਪੈਦਾ ਹੋਣੀ ਹੈ। ਅਤੇ ਇਸ ਕਰਕੇ ਜਿਹੜੇ ਸਰੀਰ ਉੱਤੇ ਕਸ਼ਟ ਆਉਣੇ, ਦੁੱਖ ਆਉਣੇ ਤਾਂ ਹਰ ਇੱਕ ਦੇ ਉੱਤੇ ਆਉਂਦੇ ਹਨ। ਪਰ ਪਰਮਾਤਮਾ ਜਿਹੜੇ ਪਰਮਾਤਮਾ ਦੇ ਲੜ ਲੱਗ ਜਾਂਦੇ ਨਾ, ਇੱਕ ਮਿੱਕ ਹੋ ਜਾਂਦੇ ਨੇ, ਉਹਨਾਂ ਨੂੰ ਦੁੱਖ ਵਿੱਚ ਦੁੱਖ ਝੱਲਣ ਦਾ ਬਲ ਪਰਮਾਤਮਾ ਬਖਸ਼ ਦਿੰਦਾ। ਉਹ ਪਰਮਾਤਮਾ ਦੀ ਰਜ਼ਾ ਵਿੱਚ ਭਾਣੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਹੁਣ ਦੇਖੋ ਗੁਰੂ ਅਰਜਨ ਦੇਵ ਮਰ ਤਤੀ ਤਵੀ 'ਤੇ ਬੈਠੇ ਨੇ, ਇਹ ਦੁੱਖ ਨਹੀਂ ਸੀ, ਸਰੀਰਕ ਤੌਰ 'ਤੇ ਦੁਖੀ ਸੀ ਨਾ, ਪਰ ਸਤਿਗੁਰੂ ਨੇ ਦੁੱਖ ਨੂੰ ਝੱਲਿਆ, ਮਿੱਠਾ ਕਰਕੇ ਮੰਨਣਾ ਕੀਤਾ। ਭਾਈ ਮਤੀ ਦਾਸ ਦੇ ਸੀਸ ਉੱਤੇ ਆਰਾ ਚੱਲਦਾ ਏ, ਸਾਡੇ ਸਰੀਰ 'ਤੇ ਥੋੜ੍ਹਾ ਜਿਹਾ ਫੱਟ ਲੱਗ ਜਾਵੇ ਆਪਾਂ ਹਾਏ ਕਰਦੇ ਹਾਂ, ਅਤੇ ਉਹ ਗੁਰਮੁਖ ਪਿਆਰਾ ਗੁਰੂ ਸਰੇ ਪਰਮਾਤਮਾ ਗੁਰੂ ਦੀ ਰਜ਼ਾ ਵਿੱਚ ਰਹਿ ਕੇ ਆਪਣੇ ਸਰੀਰ ਦੇ ਦੋ ਟੁਕੜੇ ਕਰਾ ਲਏ। ਦੋਨੋਂ ਤਨ ਤੇ ਜਪਜੀ ਪੜ੍ਹੈ, ਦੇਖ ਸਭ ਕੈ ਅਚਰਜ ਬੜ੍ਹੈ। ਗੁਰੂ ਇਤਿਹਾਸ ਦੇ ਵਚਨ ਨੇ ਕਿ ਦੋਨਾਂ ਸਰੀਰਾਂ ਦੇ ਵਿੱਚ ਜਪਜੀ ਸਾਹਿਬ ਦੀ ਪਾਵਨ ਬਾਣੀ ਆ ਰਹੀ ਹੈ। ਜਦੋਂ ਜਪਜੀ ਸਾਹਿਬ ਦਾ ਪਾਠ ਸਮਾਪਤ ਹੋਇਆ, ਫਿਰ ਭਾਈ ਸਾਹਿਬ ਦਾ ਸਰੀਰ ਸ਼ਾਂਤ ਹੁੰਦਾ ਹੈ ਤਾਂ ਦੁੱਖ ਸੀ, ਪਰ ਦੁੱਖ ਨੂੰ ਗੁਰੂ ਸਰੇ ਭਾਣਾ ਮਿੱਠਾ ਕਰਕੇ ਮੰਨਣ ਦਾ ਗੁਰੂ ਸਾਹਿਬਾਨ ਜੀ ਉਹਨਾਂ ਗੁਰਮੁਖਾਂ ਨੂੰ ਬਲ ਬਖਸ਼ ਦਿੰਦੇ ਨੇ। ਇਸ ਕਰਕੇ ਇੱਥੇ ਸਤਿਗੁਰੂ ਕਹਿੰਦੇ ਫਿਰ ਦੁੱਖ ਨਾ ਹੋਏ। ਜਿਹੜਾ ਸਰੀਰਕ ਦੁੱਖ, ਦੁੱਖ ਨਹੀਂ ਉਹਨਾਂ ਲਈ, ਉਹਦੀ ਰਜ਼ਾ ਵਿੱਚ ਰਹਿ ਕੇ, ਭਾਣੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ। ਆਪਾਂ ਵੀ ਨਾਮ ਜਪੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ, ਫਿਰ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪਾਤਸ਼ਾਹ ਬਖਸ਼ਿਸ਼ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਨਾਨਕ ਗਹਿਓ ਸਾਚਾ ਸੋਏ, ਸੁਖ ਪਾਇਆ ਫਿਰ ਦੁਖ ਨਾ